ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਗੁਰਬਾਣੀ ਵਿਚਾਰ ਦੇ ਗੁਰਮੁਖ ਸੂਝਵਾਨ ਸੱਜਣੋ ਅਤੇ ਬਾਕੀ ਸਾਰੀ ਸੰਗਤ ਸਭ ਨੂੰ ਚਰਨਾਂ 'ਚ ਪ੍ਰਣਾਮ। ਵਾਹਿਗੁਰੂ ਜੀਓ। ਗੌੜੀ ਸੁਖਮਨੀ ਮਹਿਲਾ ਪੰਜਵਾਂ ਸ਼ਲੋਕ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਦਿ ਗੁਰੇ ਨਮਹਿ ਜੁਗਾਦ ਗੁਰੇ ਨਮਹਿ ਸਤਿਗੁਰੇ ਨਮਹਿ ਸ੍ਰੀ ਗੁਰਦੇਵੇ ਨਮਹਿ। ਅਸ਼ਟਪਦੀ। ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹੇ ਮਿਟਾਵੋ। ਸਿਮਰੋ ਜਾਸ ਬਿਸੰਬਰ ਏਕੈ ਨਾਮ ਜਪਤ ਅਗੰਤ ਅਨੇਕੈ। ਵੇਦ ਪੁਰਾਨ ਸਿਮਰਤ ਸੁਧਾਖਰ ਕੀਨੇ RAM ਨਾਮ ਏਕ ਆਖਰ। ਕਿਨਕਾ ਏਕ ਜਿਸ ਜੀ ਵਸਾਵੈ ਤਾਂ ਕੀ ਮਹਿਮਾ ਗਨੀ ਨ ਆਵੈ। ਕਾਂਖੀ ਏਕੈ ਦਰਸ ਤੁਹਾਰੋ ਨਾਨਕ ਉਨ ਸੰਗ ਮੋਹਿ ਉਧਾਰੋ। ਕਾਂਖੀ ਏਕੈ ਦਰਸ ਤੁਹਾਰੋ ਨਾਨਕ ਉਨ ਸੰਗ ਮੋਹਿ ਉਧਾਰੋ। ਸਤਿਗੁਰਾਂ ਦੇ ਪਾਵਨ ਚਰਨਾਂ 'ਚ ਸਜੀ ਸਵਾਰੀ ਸਾਰੀ ਸਾਧ ਸੰਗਤ ਜੀਓ। ਗੁਰਬਾਣੀ ਵਿਚਾਰ ਦੇ ਸੂਝਵਾਨ ਗੁਰਮੁਖੋ। ਬਾਕੀ ਵੀ ਸਾਰਾ ਗੁਰੂ ਖਾਲਸਾ ਜੀਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਗਤ ਨੇ ਹੁਕਮ ਕਰਿਆ ਸ੍ਰੀ ਸੁਖਮਨੀ ਸਾਹਿਬ ਜੀ ਦੀ ਵਿਚਾਰ ਕਰਨ ਦਾ। ਆਪਣੀ ਤੁੱਛ ਬੁੱਧੀ ਅਨੁਸਾਰ ਦਾ ਆਸਰਾ ਵਿਚਾਰ ਕਰ ਰਿਹਾ। ਗੌੜੀ ਸੁਖਮਨੀ ਮਹਿਲਾ ਪੰਜਵਾਂ। ਸੁਖਮਨੀ ਸਿਰਲੇਖ ਹੈ ਇਸ ਬਾਣੀ ਦਾ। ਇਹ ਸ਼ਾਹਕਾਰ ਹੈ ਗੁਰੂ ਪੰਚਮ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦੁਆਰਾ ਬਖਸ਼ਿਸ਼ ਹੋਈ। ਗੌੜੀ ਰਾਗ ਹੈ। ਸ਼ਲੋਕ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਪਰਮਾਤਮਾ ਇੱਕ ਹੈ। ਓੰਕਾਰ ਉਹਦਾ ਇਹ ਸਾਰਾ ਪਸਾਰਾ ਹੈ। ਨਿਰਗੁਣ ਸਰਗੁਣ ਦੋਨੋਂ ਰੂਪ ਉਸੇ ਦੇ ਔਰ ਸਤਿਗੁਰੂ ਦੀ ਕਿਰਪਾ ਦੇ ਨਾਲ ਉਹ ਮਿਲਦਾ ਹੈ। ਇਹ ਮੂਲ ਮੰਤਰ ਦਾ ਛੋਟਾ ਰੂਪ ਹੈ। ਆਦਿ ਗੁਰੇ ਨਮਹਿ ਜੁਗਾਦ ਗੁਰੇ ਨਮਹਿ। ਸਾਧ ਸੰਗਤ ਜੀਓ, ਸਾਡਾ ਜਿਹੜਾ ਸਨਾਤਨੀ ਵਿਚਾਰਧਾਰਾ ਉਹਦੇ ਵਿੱਚ ਤਾਂ ਇਹ ਅਲੱਗ ਅਲੱਗ ਗੁਰੂਆਂ ਖਾਤਰ ਬਾਤ ਆਈ ਹੋਈ ਹੈ ਵੀ ਆਦਿ ਗੁਰੂ ਗੁਰੂ ਨਾਨਕ ਸਾਹਿਬ, ਜੁਗਾਦ ਗੁਰੂ ਗੁਰੂ ਅੰਗਦ ਦੇਵ ਜੀ, ਇਸ ਤਰ੍ਹਾਂ। ਲੇਕਿਨ ਇਹ ਗੱਲ ਗੁਰਬਾਣੀ ਦੇ ਜਦੋਂ ਆਪਾਂ ਵਿਚਾਰ ਕਰਦੇ ਹਾਂ ਸਮਗਰਤਾ 'ਚ ਪੂਰੀ ਸਹੀ ਨਹੀਂ ਆਉਂਦੀ, ਕਿਉਂਕਿ ਗੁਰਦੇਵ ਸ਼ਬਦ ਪੰਜਵੇਂ ਪਾਤਸ਼ਾਹ ਖਾਤਰ ਵੀ ਹੈ, ਚੌਥੇ ਖਾਤਰ ਵੀ ਹੈ। ਚਲੋ ਇਹ ਵਿਚਾਰ ਅੱਗੇ ਆ ਜਾਊ। ਫਿਰ ਆਦਿ ਗੁਰੂ ਪਰਮਾਤਮਾ ਹੈ ਸਭ ਦਾ। ਆਦਿ ਗੁਰੇ ਨਮਹਿ। ਆਦਿ ਅੰਤ ਇੱਕ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ। ਯੁੱਗਾਂ ਤੋਂ ਵੀ ਉਹੀ ਹੈ। ਯੁੱਗਾਂ ਦੇ ਸ਼ੁਰੂ ਵਿੱਚ ਵੀ ਉਹੀ ਸੀ, ਹੁਣ ਵੀ ਉਹੀ ਹੈ, ਫਿਰ ਵੀ ਉਸੇ ਨੇ ਰਹਿਣਾ। ਉਹ ਸਤਿਗੁਰੂ ਵੀ ਹੈ ਜਿਹੜਾ ਗੁਰੂ ਹੈ ਪਰਮਾਤਮਾ ਹੈ, ਅਤੇ ਗੁਰਦੇਵ ਵੀ ਹੈ। ਅਸ਼ਟਪਦੀ। ਸਿਮਰੋ ਸਿਮਰ ਸਿਮਰ ਸੁਖ ਪਾਵੋ। ਸਾਧ ਸੰਗਤ ਜੀਓ, ਇਹ ਫਸਟ ਪਰਸਨ 'ਚ ਉਚਾਰੀ ਹੋਈ ਬਾਣੀ ਹੈ ਸੁਖਮਨੀ ਸਾਹਿਬ। ਕਿਤੇ ਕਿਤੇ ਇਹਦੇ ਵਿੱਚ ਫਿਰ ਥਰਡ ਪਰਸਨ ਖਾਤਰ ਵੀ ਹੈ। ਜਿੱਥੇ ਸਿਮਰੋ ਹਾਹੀ ਨੂੰ ਔਂਕੜ ਕਰਕੇ ਆਏਗਾ ਅੱਗੇ, ਉਹ ਦੂਜਿਆਂ ਖਾਤਰ ਹੈ। ਇਹ ਊੜੇ ਨੂੰ ਔਂਕੜ ਸਿਮਰੋ, ਮੈਂ ਸਿਮਰਦਾ ਹਾਂ, ਇਹ ਮਤਲਬ ਹੈ ਇਹਦਾ। ਸਿਮਰ ਸਿਮਰ ਕੇ ਸੁਖ ਪਾਉਂਦਾ ਹਾਂ ਕਲ ਕਲੇਸ਼ ਤਨ ਮਾਹੇ ਮਿਟਾਵੋ। ਆਪਣੇ ਸਰੀਰ ਤੋਂ ਕਲ ਕਲੇਸ਼, ਝਗੜੇ, ਇਹ ਸਭ ਕਲੇਸ਼ ਇਹ ਮਿਟਾਉਂਦਾ ਹਾਂ। ਕਿਉਂਕਿ ਸਿਮਰਨ ਦੇ ਨਾਲ ਹੀ ਇਹ ਮਿਟ ਸਕਦੇ ਹਾਂ, ਅਦਰਵਾਈਜ਼ ਨਹੀਂ ਮਿਟਦੇ। ਝਗੜਾ ਏਕ ਨਵੇਰੋ ਰਾਮ ਜੋ ਤੁਮ ਆਪਣੇ ਜਨ ਸਿਓ ਕਾਮ। ਕਬੀਰ ਜੀ ਦਾ ਫਰਮਾਨ। ਝਗੜਾ ਕਬੀਰ ਜੀ ਦਾ ਤਾਂ ਨਿਬੜਿਆ ਹੋਇਆ ਸੀ, ਸਾਨੂੰ ਸਮਝਾ ਰਹੇ ਹਾਂ ਉਹ ਵੀ ਕਿੱਕਣ ਝਗੜਾ ਨਿਬੜਦਾ ਭਾਈ। ਸਿੱਧ ਸਮਾਧ ਕਰੈ ਨਿਤ ਝਗੜਾ ਦੋਇ ਲੋਚਨ ਕਿਆ ਹੇਰੈ। ਅੰਤਰ ਜੋਤ ਸ਼ਬਦ ਧੁਨ ਜਾਗੈ ਸਤਿਗੁਰ ਝਗੜ ਨਿਬੇੜੈ। ਜਿੰਨਾ ਚਿਰ ਅੰਦਰ ਜੋਤ ਨਹੀਂ ਜਗਦੀ ਨਾਮ ਦੀ, ਸਹਿਜ ਧੁਨ ਚੱਲਦੀ ਨਹੀਂ ਹੈ ਅੰਦਰ। ਨਾਮ ਧੁਨ ਨਹੀਂ ਚੱਲਦੀ, ਸ਼ਬਦ ਧੁਨ ਵੀ ਕਿਹਾ ਗਿਆ ਉਹਨੂੰ, ਰਾਮ ਧੁਨ ਵੀ ਕਿਹਾ ਗਿਆ, ਹਰ ਹਰ ਧੁਨ ਵੀ ਉਹੀ ਹੈ। ਝਗੜਾ ਨਹੀਂ ਨਿਬੜ ਸਕਦਾ ਕਿਸੇ ਦਾ।
ਤੋ ਸਿਮਰਨ ਕਰਨ ਦੇ ਨਾਲ ਹੀ ਇਹ ਸਾਰਾ ਕੁਝ ਪ੍ਰਾਪਤ ਹੋਣਾ, ਫੇਰ ਝਗੜੇ ਨਿਪਟਣੇ। ਸਿਮਰੋਂ ਜਾਸ ਬਿਸੁੰਬਰ ਇੱਕ ਹੈ, ਜਿਹੜਾ ਭੰਡਾਰਾ ਦਿੰਦਾ ਇਹ ਸਾਰੇ ਸੰਸਾਰ ਨੂੰ, ਭਰਦਾ ਇਹਨੂੰ, ਬਿਸੁੰਬਰ ਉਸੇ ਨੂੰ ਕਹਿੰਦੇ। ਮੈਂ ਉਹਨੂੰ ਸਿਮਰਦਾ ਹਾਂ। ਪਾਤਸ਼ਾਹ ਫਰਮਾਉਂਦੇ ਨਾਮ ਜਪਤ ਅਗੰਤ ਅਨੇਕ ਹੈ, ਉਸੇ ਦਾ ਨਾਮ ਅਨੇਕਾਂ ਹੀ ਅਣਗਿਣਤ ਲੋਕ ਜਪਦੇ। ਵੇਦ ਪ੍ਰਾਨ ਸਿਮਰਤ ਸੁਧਾਖਰ, ਕੀਨੇ ਰਾਮ ਨਾਮ ਇੱਕ ਅੱਖਰ। ਵੇਦ ਪੁਰਾਣ ਸਿਮਰਤੀਆਂ ਜਿੰਨੇ ਵੀ ਸ਼ੁੱਧ ਅੱਖਰ ਹੈ ਧਾਰਮਿਕ, ਮੈਂ ਇਹਨਾਂ ਸਭ ਨੂੰ ਰਾਮ ਨਾਮ ਦਾ ਇੱਕ ਅੱਖਰ ਬਣਾਇਆ। ਕੀਨੇ ਕਰੇ, ਪਾਸਟ ਟੈਂਸ ਦੀ ਬਾਤ ਹੈ। ਇਹ ਰਾਮ ਨਾਮ ਦੇ ਇੱਕ ਅੱਖਰ ਵਿੱਚ ਹੀ ਸਭ ਕੁਝ ਆ ਜਾਂਦਾ ਭਾਈ। ਵੇਦ ਪੁਰਾਣ ਸਿਮਰਤੀਆਂ ਸਭ ਇੱਕ ਰਾਮ ਦਾ ਹੀ ਨਾਮ ਹੈ। ਮੈਂ ਤਾਂ ਉਹੀ ਰਾਮ ਦਾ ਨਾਮ ਸਮਝਿਆ ਇਹਨਾਂ ਸਭ ਨੂੰ, ਕਿਉਂਕਿ ਜੋਤ ਉਸੇ ਦੀ ਹੈ, ਸਭ ਜਗ੍ਹਾ ਉਹੀ ਵਿਰਾਜਮਾਨ ਹੈ। ਕਿਨਕਾ ਏਕ ਜਿਸ ਜੀਵ ਸਭ, ਤਾਂ ਕਿ ਮਹਿਮਾ ਗਨੀ ਨਾਵ। ਜਿਹਦੇ ਅੰਦਰ ਇੱਕ ਕਿਣਕਾ ਭਰ ਵੀ ਇਹ ਨਾਮ ਦਾ ਅੱਖਰ ਵਸ ਗਿਆ, ਉਹਦੀ ਮਹਿਮਾ ਗਿਣਿਓ ਨਹੀਂ ਜਾ ਸਕਦੀ। ਬੇਅੰਤ ਅਪਾਰ ਮਹਿਮਤ, ਵਿਸਿਆਰ ਮਹਿਮਾ ਹੋ ਜਾਂਦੀ ਹੈ ਉਹਦੀ। ਕਾਂਖੀ ਏਕ ਹੈ ਦਰਸ ਤੁਹਾਰੋ, ਕਾਂਖੀ ਆਕਾਂਖਸ਼ਾ ਨੂੰ ਕਹਿੰਦੇ, ਅਭਿਲਾਸ਼ਾ, ਚਾਹਤ। ਮੈਨੂੰ ਕੇਵਲ ਤੇਰੇ ਦਰਸ਼ਨਾਂ ਦੀ ਪਿਆਸ ਹੈ। ਨਾਨਕ ਉਨ ਸੰਗ ਮੋਹਿ ਉਧਾਰੋ। ਉਨ ਸ਼ਬਦ ਸਾਧ ਸੰਗਤ ਜੀ ਉਹ ਪਲੂਰਲ ਹੈ, ਬਹੁਵਚਨ ਹੈ। ਉਹਨਾਂ ਦੇ ਰਾਹੀਂ, ਉਹਨਾਂ ਦੇ ਨਾਲ ਲੱਗ ਕੇ ਮੇਰਾ ਵੀ ਉਧਾਰ ਕਰੋ। ਕਿਹਦਾ? ਸੰਤ ਜਨਾਂ ਦਾ। ਉਹਨਾਂ ਦੇ ਨਾਲ ਜੋੜ ਕੇ ਮੇਰਾ ਵੀ ਉਧਾਰ ਕਰ ਦਿਓ। ਇਹ ਬਾਣੀ ਸੁਖਮਨੀ, ਸੁੱਖਾਂ ਦੀ ਮਣੀ। ਲੋਕ ਤਾਂ ਸੱਪਾਂ ਦੇ ਸਿਰ 'ਚੋਂ ਨਿਕਲੀਆਂ ਹੋਈਆਂ ਮਣੀਆਂ ਦੀ ਮੰਗ ਕਰਦੇ ਸੀਗੇ, ਨਾਗਮਣੀ ਵਗੈਰਾ ਦੀ, ਉਹਨੂੰ ਉਹ ਬੜਾ ਵੀ ਕਰਦੇ ਆ। ਪਰ ਗੁਰੂ ਸਾਹਿਬ ਨੇ ਤਾਂ ਸੁੱਖਾਂ ਦੀ ਮਣੀ ਨਾਮ ਨੂੰ ਕਿਹਾ। ਸੁਖਮਨੀ ਹੈ, ਸਾਰਿਆਂ ਸੁੱਖਾਂ ਦੀ ਮਣੀ ਨਾਮ ਹੈ। ਇੱਕ ਕਿਣਕਾ ਵੀ ਜਿਹਨੂੰ ਉਹ ਦੇ ਦੇਵੇ ਬਹੁਤ ਹੈ। ਗੁਨਾहों को मेरी तेरी रहमत पे नाज है, क्योंकि बंदा हूँ मैं तू बंदा निवाज है। ਸਾਧ ਸੰਗਤ ਜੀ ਉਹ ਸੂਫੀ ਸੰਤ ਹਾਫਿਜ਼ ਈਰਾਨ ਦਾ, ਉਹਨੇ ਇਹ ਬਾਤ ਕਹੀ। ਕਹਿੰਦਾ ਮੇਰੀ ਉਮਰ 60 ਸਾਲ ਹੋ ਗਈ, ਹੇ ਅੱਲਾ ਮੈਂ ਗੁਨਾਹ ਕਰੂੰਗਾ, ਰੱਜ ਕੇ ਕਰੂੰਗਾ, ਪਰ ਮੈਨੂੰ ਪਤਾ ਹੈ ਕਿਉਂਕਿ ਤੇਰੀ ਜਿਹੜੀ ਰਹਿਮਤ ਹੈ ਉਹਦਾ ਇੱਕ ਕਿਣਕਾ ਬਹੁਤ ਹੈ ਮੇਰੇ ਗੁਨਾਹਾਂ ਨੂੰ ਨਾਸ਼ ਕਰਨ ਖਾਤਰ। ਹੁਣ ਇਹਦਾ ਮਤਲਬ ਇਹ ਨਹੀਂ ਵੀ ਉਹ ਸੂਫੀ ਸਾਈਂ ਹਾਫਿਜ਼ ਜੀ ਕਹਿ ਰਹੇ ਆ ਵੀ ਮੈਂ ਗੁਨਾਹ ਕਰਨਾ ਹੀ ਹੈ। ਨਹੀਂ ਨਹੀਂ, ਇਹ ਕਹਿਣ ਦਾ ਇੱਕ ਢੰਗ ਹੈ ਨਾਮ ਨੂੰ ਬੜਾ ਕਰਨ ਦਾ। ਬਈ ਕਰੋੜਾਂ ਹੀ ਟਨ ਲੱਕੜ ਇੱਕ ਸਿੰਖਾਂ ਦੀ ਮਾਚਿਸ ਦੀ ਇੱਕ ਤੀਲੀ ਨਾਲ ਰਾਖ ਹੋ ਸਕਦੀ ਹੈ, ਹੁੰਦੀ ਹੈ, ਤਾਂ ਮੇਰੇ ਕਰੋੜਾਂ ਹੀ ਪਾਪ ਵੀ ਤੂੰ ਇੱਕ ਛਿਣ ਵਿੱਚ ਨਾਸ਼ ਕਰ ਦਿੰਦਾ। ਤੇਰੀ ਵਡਿਆਈ ਹੈ, ਤੇਰੇ ਨਾਮ ਦੀ ਵਡਿਆਈ ਹੈ। ਹੋਰ ਸੰਤ ਜਨਾਂ ਨੇ ਕਿਆ ਪਾਪ ਕਰਨੇ ਹੁੰਦੇ, ਇਹ ਉਹਨਾਂ ਦੀ ਮਹਿਮਾ ਹੁੰਦੀ ਹੈ। ਨਾਮ ਦੀ ਮਹਿਮਾ ਕਰਦੇ ਹਮੇਸ਼ਾ ਸੰਤ ਜਨ। ਸਭ ਲੋਕ, ਸਭ ਜਿੰਨੇ ਵੀ ਸੰਤ ਹੋਏ ਸਭ ਨਾਮ ਦੇ ਨਾਲ ਜੁੜੇ ਹੋਏ। ਸੋਈ ਨਾਮ ਅਛਲ ਭਗਤੈ ਭਵ ਤਾਰਨ, ਅਮਰਦਾਸ ਗੁਰ ਕੋ ਫੁਰਿਆ। ਭੱਟਾਂ ਦੇ ਸਵਈਆਂ 'ਚ ਜ਼ਿਕਰ ਆਉਂਦਾ ਵੀ ਉਹੀ ਨਾਮ ਜਿਹੜਾ ਸਾਰੇ ਸੰਤਾਂ ਦਾ ਆਧਾਰ ਕਰਦਾ ਹੈ, ਅੱਜ ਤੱਕ ਹੁੰਦਾ ਆਇਆ ਜਿਹਦੇ ਨਾਲ ਆਧਾਰ ਸੰਤਾਂ ਦਾ, ਉਹੀ ਗੁਰੂ ਅਮਰਦਾਸ ਜੀ ਦੇ ਅੰਦਰ ਵੀ ਫੁੱਟ ਪਿਆ, ਝਰਨੇ ਦੀ ਤਰ੍ਹਾਂ ਫੁਰ ਗਿਆ ਉਹਨਾਂ ਨੂੰ। ਉਹ ਗੱਲ ਨਾਮ ਦੀ ਹੈ ਸਾਰੀ। ਇੱਕ ਕਿਣਕਾ ਬਹੁਤ ਹੈ। ਏਕ ਚਿਤ ਜਿਹੇ ਇੱਕ ਛਿਨ ਧਿਆਇਓ, ਕਾਲ ਫਾਸ ਕੇ ਵਿੱਚ ਨਾ ਆਇਓ। ਉਹ ਛਿਨ ਬਣਦਾ ਨਹੀਂ ਪਰ ਸਾਡਾ, ਉਹ ਉਦਣ ਬਣਨਾ ਜਿੱਦਣ ਹਉਮੈ ਤੋੜੂਗਾ ਗੁਰੂ ਸਾਡੀ। ਜੇ ਇੱਕ ਛਿਣ ਖਾਤਰ ਵੀ ਤੋੜ ਦਿੱਤੀ ਨਾ ਉਹਨੇ, ਸਾਰੀ ਉਮਰ ਖਾਤਰ ਟੁੱਟ ਗਈ। ਫਿਰ ਨਹੀਂ, ਇਹ ਟੁੱਟਦੀ ਉਹ ਨਹੀਂ ਹੈ। ਬੰਦੇ ਨੂੰ ਸਮਝ ਨਹੀਂ ਆਉਂਦੀ ਵੀ ਆਈ ਐਮ ਇਨ ਈਗੋ। ਈਗੋ ਦਾ ਨਾਮ ਦੇ ਨਾਲ ਸਿੱਧਾ ਸੰਬੰਧ ਹੈ। ਜੇ ਈਗੋ ਅੰਦਰ ਹੈ ਨਾਮ ਨਹੀਂ ਆਉਣਾ, ਜੇ ਨਾਮ ਆ ਗਿਆ ਈਗੋ ਨੇ ਨਿਕਲ ਜਾਣਾ, ਹਉਮੈ ਨੇ। ਇੱਕ ਪਲ ਖਾਤਰ ਵੀ ਅਗਰ ਹਉਮੈ ਟੁੱਟ ਗਈ ਸਮਝ ਲਓ ਕਲਿਆਣ ਹੋ ਗਿਆ, ਨਹੀਂ ਟੁੱਟਦੀ। ਇਹ ਹੈ ਮਤਲਬ ਏਕ ਕਿਣਕੇ ਦਾ। ਜੇ ਬਣ ਜਾਏ, ਜੇ ਮਿਲ ਜਾਏ ਫਿਰ ਕਲਿਆਣ ਹੈ। ਔਰ ਜਿਹੜੇ ਇਸ ਤਰ੍ਹਾਂ ਦੀ ਪਿਆਸ ਰੱਖਦੇ ਆ ਮੈਨੂੰ ਵੀ ਉਹਨਾਂ ਦੇ ਨਾਲ ਜੋੜ ਕੇ
ਮੇਰਾ ਵਿਧਾਰ ਕਰ ਦਿਓ, ਯਾਨੀ ਸੰਗਤ ਤੋਂ ਮੁਰਾਦ ਹੈ ਜਿਹੜੀ ਨੇਕਾਂ ਦੀ ਸੰਗਤ ਹੈ, ਚੰਗੇ ਪੁਰਸ਼ਾਂ ਦੀ ਸੰਗਤ ਹੈ, ਗੁਰਮੁਖਾਂ ਦੀ ਸੰਗਤ ਹੈ, ਉਹਦੇ ਵਿੱਚ ਪਾ ਕੇ ਮੇਰਾ ਵਿਧਾਰ ਕਰ ਦਿਓ, ਮੈਂ ਇਹ ਅਭਿਲਾਸ਼ਾ ਰੱਖਦਾ ਹਾਂ। ਸੋ ਜਦੋਂ ਆਪਾਂ ਇਹਨੂੰ ਵਿਆਕਰਨਕ ਢੰਗ ਨਾਲ ਇਹਦੇ ਅਰਥ ਕਰਾਂਗੇ ਤਾਂ ਗੱਲ ਫਿਰ ਹੋਰ ਬਣ ਜਾਂਦੀ ਹੈ। ਰਾਮ ਨਾਮ ਦਾ ਜਿਹੜਾ ਇੱਕ ਅੱਖਰ ਹੈ, ਉਸ ਤੋਂ ਇਹ ਵੇਦ ਸਿਮਰਤ ਪੁਰਾਣ ਸਿਮਰਤੀਆਂ ਪੁਰਾਣ ਸਾਰੇ ਪੈਦਾ ਹੋਏ ਹੈ। ਇਹ ਗੱਲ ਗੁਰਮਤਿ ਦੇ ਆਸ਼ੇ ਅਨੁਸਾਰ ਠੀਕ ਨਹੀਂ ਹੈ, ਭਾਵੇਂ ਕਿ ਹੈ ਸਭ ਕੁਛ ਉਹਦੇ ਹੁਕਮ ਵਿੱਚ ਹੈ, ਕੋਈ ਉਸ ਤੋਂ ਬਾਹਰ ਨਹੀਂ ਹੈ। ਲੇਕਿਨ ਰਾਮ ਦਾ ਨਾਂ ਹੈ ਜਿਹੜਾ ਪਵਿੱਤਰ, ਉਹਦੇ ਵਿੱਚੋਂ ਇਹ ਜਿਹੜੇ ਵੇਦ ਪੁਰਾਣ ਸਿਮਰਤੀਆਂ ਜਿਹਨੂੰ ਗੁਰਬਾਣੀ ਤਿੰਨਾਂ ਗੁਣਾਂ 'ਚ ਮੰਨਦੀ ਹੈ, ਚਾਰੇ ਵੇਦ ਕਥੈ ਆਕਾਰ, ਤੀਨ ਅਵਸਥਾ ਕਹੈ ਬਖਿਆਨ, ਤੁਰਿਆ ਅਵਸਥਾ ਸਤਿਗੁਰ ਤੇ ਹਰ ਜਾਨ। ਤੋ ਵੇਦ ਜਿਹੜੇ ਹੈ ਉਸ ਕਸਵੱਟੀ 'ਤੇ ਪੂਰਾ ਨਹੀਂ ਉਤਰਦੇ, ਪੁਰਾਣ ਬਿਲਕੁਲ ਹੀ ਨਹੀਂ ਉਤਰਦੇ। ਔਰ ਸਿਮਰਤੀਆਂ ਜਿਵੇਂ ਮਨੂ ਸਮ੍ਰਿਤੀ, ਆਪ ਜੀ ਨੂੰ ਪਤਾ ਅੱਜ ਕੱਲ੍ਹ ਕਿੰਨਾ ਉਹਦੇ ਨਾਲ ਹਿੰਦੁਸਤਾਨ ਦੇ ਵਿੱਚ ਖਰਾਬਾ ਹੋ ਰਿਹਾ ਹੈ। ਇਹ ਜਿਹੜੀਆਂ ਸਿਮਰਤੀਆਂ ਹੈ ਇਹ ਵੀ ਕੋਈ ਰੱਬ ਦੀ ਉਪਜ ਨਹੀਂ ਹੈ, ਡਿਵਾਈਨ ਨਹੀਂ ਹੈ। ਉਹ ਮੰਨਦੇ ਹੈ, ਠੀਕ ਹੈ, ਉਹਨਾਂ ਨੂੰ ਮੁਬਾਰਕ, ਪਰ ਸਿੱਖ ਵਾਸਤੇ ਐਸਾ ਨਹੀਂ ਹੈ। ਤੋ ਇਹਦਾ ਮਤਲਬ ਇਹੀ ਹੈ ਫਿਰ ਕੀਨੇ ਵੀ ਮੈਂ ਕਰ ਲਏ ਹੈ, ਇਹਨਾਂ ਸਾਰਿਆਂ ਨੂੰ ਮੈਂ ਰਾਮ ਦਾ ਇੱਕ ਅੱਖਰ ਰਾਮ ਨਾਮ ਸਮਝ ਲਿਆ। ਬਸ ਸਾਰਾ ਕੁਛ ਹਾਥੀ ਦੀ ਪੈੜ 'ਚ ਸਾਰੀਆਂ ਪੈੜਾਂ ਆ ਜਾਂਦੀਆਂ। ਰਾਮ ਦਾ ਨਾਂ ਸਭ ਤੋਂ ਵੱਡਾ, ਮੇਰੇ ਵਾਸਤੇ ਉਹੀ ਇੱਕ ਅੱਖਰ ਹੈ ਜਿਹੜਾ ਸਭ ਕੁਛ ਹੈ, ਉਸ ਤੋਂ ਬਾਹਰ ਕੁਛ ਵੀ ਨਹੀਂ ਹੈ। ਬਾਕੀ ਵਿਚਾਰ ਕਰਾਂਗੇ ਫੇਰ। ਦਿਓ ਆਗਿਆ, ਕੋਈ ਅਪਸ਼ਬਦ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਸਾਧ ਸੰਗਤ ਜੀਓ, ਚਰਨਾਂ ਵਿੱਚ ਪ੍ਰਣਾਮ ਕਬੂਲ ਕਰਿਓ। ਅੱਜ ਵਿਚਾਰ ਸ਼ੁਰੂ ਕਰੀਏ ਸੁਖਮਨੀ ਸਾਹਿਬ ਦੀ। ਕਿਸੇ ਕਾਰਨ ਉੱਪਰਲੀਆਂ ਦੋ ਤੁਕਾਂ ਜਿੱਥੋਂ ਅਸ਼ਟਪਦੀ ਸ਼ੁਰੂ ਹੁੰਦੀ ਹੈ ਉਹ ਰਹਿ ਗਈਆਂ ਸੀਗੀਆਂ, ਉਹਨਾਂ ਦੀ ਵਿਚਾਰ ਹਾਜ਼ਰ ਹੈ। ਸਿਮਰਉ ਸਿਮਰ ਸਿਮਰ ਸੁਖ ਪਾਵਉ, ਕਲ ਕਲੇਸ਼ ਤਨ ਮਾਹੇ ਮਿਟਾਵਉ। ਮੈਂ ਆਪਣੇ ਉੱਪਰ ਲਗਾਈ ਹੋਈ ਗੱਲ ਹੈ ਵੀ ਮੈਂ ਸਿਮਰਦਾ ਹਾਂ। ਸਿਮਰਉ ਸਿਮਰ ਸਿਮਰ ਸੁਖ ਪਾਵਉ, ਸਿਮਰ ਸਿਮਰ ਕੇ ਮੈਂ ਆਨੰਦ ਦੀ ਪ੍ਰਾਪਤੀ ਕਰ ਰਿਹਾ, ਆਨੰਦ ਆ ਰਿਹਾ। ਕਲ ਕਲੇਸ਼ ਤਨ ਮਾਹੇ ਮਿਟਾਵਉ, ਆਪਣੇ ਸਰੀਰ ਵਿੱਚੋਂ ਕਲ ਕਲੇਸ਼। ਕਿਹੜੇ ਕਲ ਕਲੇਸ਼? ਕਾਮ ਕ੍ਰੋਧ ਲੋਭ ਮੋਹ ਹੰਕਾਰ ਨਿੰਦਿਆ ਚੋਰੀ ਚੁਗਲੀ, ਸਾਰਾ ਕੁਛ ਜਿਹੜਾ ਇਹ ਵਿਖਿਆ ਵਿੱਚ ਆਉਂਦਾ, ਇਹ ਸਾਰੇ ਹੀ ਸਿਮਰਨ ਦੀ ਬਰਕਤ ਦੇ ਨਾਲ ਮੈਂ ਆਪਣੇ ਬਾਹਰ ਕੱਢ ਰਿਹਾ। ਤੋ ਇਹ ਜ਼ਰੂਰ ਵਿਚਾਰਨ ਵਾਲੀ ਬਾਤ ਹੈ। ਪਹਿਲਾਂ ਵੀ ਉੱਪਰ ਆਈ ਗੱਲ ਬਈ ਫਸਟ ਪਰਸਨ 'ਚ ਉਚਾਰੀ ਗਈ ਹੈ, ਆਪਣੇ ਉੱਪਰ ਲਗਾ ਕੇ। ਜਿਵੇਂ ਜਪਜੀ ਸਾਹਿਬ ਦੀ ਵੀ ਪਹਿਲੀ ਪੌੜੀ ਫਸਟ ਪਰਸਨ 'ਚ ਹੈ। ਇਹ ਹਮੇਸ਼ਾ ਵਾਸਤੇ ਜਿੱਥੇ ਵੀ ਊੜੇ ਨੂੰ ਔਂਕੜ ਆਉਂਦੀ ਹੈ ਉਹ ਆਪਣੇ ਖਾਤਰ ਆਉਂਦੀ ਹੈ ਫਸਟ ਪਰਸਨ 'ਚ। ਜੇ ਹਾਹੀ ਨੂੰ ਔਂਕੜ ਹੁੰਦੀ ਹੈ ਤਾਂ ਉਹ ਦੂਜਿਆਂ ਖਾਤਰ ਹੁੰਦੀ, ਸਿਮਰੋ ਵੀ ਤੁਸੀਂ ਸਿਮਰੋ। ਜੇ ਊੜੇ ਨੂੰ ਔਂਕੜ ਹੈ ਤਾਂ ਮੈਂ ਸਿਮਰਦਾ ਹਾਂ। ਜਿੱਥੇ ਗੁਰੂ ਸਾਹਿਬ ਜੀ ਫਰਮਾ ਰਹੇ ਹੈ, ਸੋਚੈ ਸੋਚ ਨਾ ਹੋਵਈ ਜੇ ਸੋਚੀ। ਉਹ ਚੱਚੇ ਨੂੰ ਬਿਹਾਰੀ ਨਾਲ ਬਿੰਦੀ ਲਗਾਉਣੀ ਹੈ ਤਾਂ ਕਿ ਮੈਂ ਸੋਚਦਾ ਹਾਂ ਫਸਟ ਪਰਸਨ 'ਚ। ਚੁੱਪੇ ਚੁੱਪ ਨਾ ਹੋਵਈ ਜੇ ਲਾਏ ਰਹਾਂ, ਬਿੰਦੀ ਲਾ ਕੇ ਰਹਾਂ ਅਵਤਾਰ। ਤੋ ਐਸੇ ਤਰੀਕੇ ਨਾਲ ਫਸਟ ਪਰਸਨ ਜਿੱਥੇ ਵੀ ਬਣਾਉਣਾ, ਜਿਸ ਵੀ ਹਿਸਾਬ ਨਾਲ, ਉਹ ਫਿਰ ਉਸੇ ਤਰ੍ਹਾਂ ਬੋਲਿਆ ਜਾਣਾ ਚਾਹੀਦਾ ਹੈ। ਸਿਮਰਉ ਸਿਮਰ ਸਿਮਰ ਸੁਖ ਪਾਵਉ, ਮੈਂ ਸਿਮਰਦਾ ਹਾਂ, ਸਿਮਰ ਸਿਮਰ ਕੇ ਸੁੱਖ ਪਾਉਂਦਾ ਹਾਂ। ਕਲ ਕਲੇਸ਼ ਨੂੰ ਆਪਣੇ ਸਰੀਰ ਵਿੱਚੋਂ, ਤਨ ਵਿੱਚੋਂ ਮਿਟਾਉਂਦਾ ਹਾਂ। ਆਹ ਮਤਲਬ ਹੈ। ਕੋਈ ਅਪਸ਼ਬਦ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀਓ। ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਵਿਸਰਾਮ। ਰਹਾਉ ਪ੍ਰਭ ਕੈ ਸਿਮਰਨ ਗਰਭ ਨ ਬਸੈ, ਪ੍ਰਭ ਕੈ ਸਿਮਰਨ ਦੁਖ ਜਮ ਨਸੈ। ਪ੍ਰਭ ਕੈ ਸਿਮਰਨ ਕਾਲ ਪਰ ਹਰੈ, ਪ੍ਰਭ ਕੈ ਸਿਮਰਨ ਦੁਸ਼ਮਨ ਟਰੈ। ਪ੍ਰਭ ਸਿਮਰਤ ਕਛ ਬਿਗਨ ਨ ਲਾਗੈ, ਪ੍ਰਭ ਕੈ ਸਿਮਰਨ ਅਨ ਦਿਨ ਜਾਗੈ। ਪ੍ਰਭ ਕੈ ਸਿਮਰਨ ਭਉ ਨ ਵਿਆਪੈ, ਪ੍ਰਭ ਕੈ ਸਿਮਰਨ ਦੁਖ ਨ ਸੰਤਾਪੈ। ਪ੍ਰਭ ਕਾ ਸਿਮਰਨ ਸਾਧ ਕੈ ਸੰਗ, ਸਰਬ ਨਿਧਾਨ ਨਾਨਕ ਹਰ ਰੰਗ। ਪ੍ਰਭ ਕੈ ਸਿਮਰਨ ਰਿਦ ਸਿਧ ਨੌ ਨਿਧ, ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ।
प्रभ कै सिमरन जप तप पूजा, प्रभ कै सिमरन बिनसै दूजा। प्रभ कै सिमरन तीर्थ स्नानी, प्रभ कै सिमरन दरगाह मानी। प्रभ कै सिमरन होए सो भला, प्रभ कै सिमरन सुफल फला। से सिमरै जिन आप सिमराए, नानक ताके लागों पाए। से सिमरै जिन आप सिमराए, नानक ताकै लागों पाए। सत्कारयोग ग्रुप मैंबर साहबान, बाकी भी सारी गुरु संगत जियो, गुरु खालसा जियो, वाहिगुरू जी का खालसा, वाहिगुरू जी की फतेह। सब दे चरनां दे विच प्रणाम। विचार करिए सुखमनी साहब की अगली ਜਿਹੜੀਆਂ पंक्तियां है, अपनी हकीर तुच्छ बुद्धि अनुसार। देखो जिथे अपनी बुद्धि है वो हकीर है, तुच्छ है। जिथे गुरु की बुद्धि है वो सब कुछ है, वो श्रेष्ठ है, श्रेष्ठतम है। जो वो कह रहे हैं वो सब कुछ सही है, जो आप कह रहे हैं उसका कितना क सही है नहीं है, ये गुरु महाराज नूं पता है। वैसे सही हुंदा नहीं अपना किया होया। सुखमनी सुख अमृत प्रभ नाम, ये रहाओ दी तुक है सुखमनी साहब दी। प्रभु का नाम है जिहड़ा, ਉਹਦੇ ਵਿੱਚ सुख है, अमृतमई सुख है, जिन्हों आप आनंद कहने। और इसे आनंद का जिहड़ा ये आनंद है जिहड़ा ये भगतां दा आसरा है। भगतां दे मन विच इसे नाल शांति आउंदी है। भगत वास्ते नाम तो बिना होर कोई गल नहीं है। दुनिया नूं होर चीज़ां नाल आनंद आउंदा है, यानी सुख मिलदा है। पर जिहड़ा भगत है चौथे गुण वाला खास करके, ਉਹਨੂੰ सिर्फ और सिर्फ प्रभु के नाम के नाल आनंद पैदा होंदा। उही ਉਹਦਾ विश्राम है, उस मन च ठहराओ है। उस तो बिना ਉਹਦੀ कोई टेक नहीं हुंदी। ये गल दुनियादारां नूं समझनी औखी है। सुन तां लैणगे पर प्रतीत आउणी बहुत औखी है। प्रतीत केवल भगत नूं आ सकदी है। रहाओ प्रभ कै सिमरन गर्भ ना बसै। प्रभु का सिमरन जिन्होंने प्राप्त हो जाता है। हुण साध संगत जी इत्थे फिर थोड़ी जी विचार जिहड़ी अगे भी हुंदी आई है। देखो आराधना ध्याउणा ये भी परमात्मा नूं पाउण दे ढंग है, तरीके हैं। आराधना हुंदा कोल बैठ के इष्ट नूं आराधना करनी, सामने बह के। ते आराधना हुंदा सॉरी ध्याउणा, ध्याउणा हुंदा दूर तो मन विच रख के अपने इष्ट की पूजा करनी। इन्हां सारियां तो उत्ते है फिर सिमरन। जिहड़ा आराधना और ध्याउणा है वो साडे वल्लों है, साडी हिम्मत है। लेकिन सिमरत साडी हिम्मत नहीं है। सिमरन करना तां प्रभु या गुरु बख्शिश है। प्रभ किरपा ते आन दिन जाग, संत कृपा ते आन दिन जाग। नानक सिमरन पूरे भाग। पूरे भागां बिना सिमरन किसी नूं नहीं मिलता। यह सिमरन सतगुर ते पाई है। हौमै टुटे बिना सिमरन किसी नूं नहीं मिल सकता। कहण खातर आपां सब कह ही दिंदे भी जी मैं इन्ना सिमरन करदा, नहीं भाई वो सिमरन नहीं हुंदा, वो जप हुंदा। जप पहली अवस्था है, आराधना उस तो अगली है, ध्याउणा उस तो भी अगली है, तो सिमरन सब तो उपरली है जिहड़ी गुरु वल्लों सानूं मिलदी है बख्शिश दे रूप च। साडा इहदे च कोई प्रयास नहीं हुंदा भी साडे प्रयास नाल सानूं सिमरन मिल जूगा। नो, ये उहदी नदर है, इनायत है, अल्ताफ है। जे वो कर देवे तां जिहनूं वो मिल गया, जिहदे नाल उहदे मन विच सदा वास्ते ठहराव हो जांदा है, वो अमर हो जांदा है। उस दे नाल फिर गर्भ च दुबारे नहीं पैंदा बंदा। मतलब है 84 कट्टी जाती है उसकी। कई दफ़ा संगत में एक बारी दो बारी सवाल भी आया सी, ये जन्म मरण दोहूं मैं नहीं जन परोपकारी आए। सवाल करने वाले ने जिग्यासा के भाव नाल पुछया सी बई जी शरीर विच तां सभे आए हैं, गुरु साहिबान भी माता के गर्भ चों होंदे आए, भगत भी आउने, बई जन्म मरण दोहूं मैं नहीं, ये गल कुछ समझ नहीं आ रही। जो समझ आई है वो आप जी नाल सांझी कर देना। देखो
ਪੈਦਾ ਤਾਂ ਹਰ ਇੱਕ ਨੇ ਮਾਂ ਦੇ ਗਰਭ 'ਚੋਂ ਹੀ ਹੋਣਾ, ਜਿੰਨਾ ਵੀ ਇਨਸਾਨ ਹੈ, ਕਿਉਂਕਿ ਮਾਂ ਬਾਪ ਤੋਂ ਬਿਨਾਂ ਬਾਲ ਪੈਦਾ ਨਹੀਂ ਹੋ ਸਕਦਾ। ਜਿਹੜੀ ਅੰਦਰਲੀ ਅਵਸਥਾ ਹੈ, ਗੁਰੂ ਨਾਨਕ ਪਾਤਸ਼ਾਹ ਨੂੰ ਧੁਰ 'ਤੇ ਮਿਲੀ ਹੋਈ ਸੀ ਉਹ, ਲੇਕਿਨ ਗੁਰੂ ਅੰਗਦ ਦੇਵ ਜੀ ਜਿਹੜੇ ਪਹਿਲਾਂ ਬਾਬਾ ਲਹਿਣਾ ਜੀ ਸੀਗੇ, ਗੁਰੂ ਅਮਰਦਾਸ ਜੀ ਜਦੋਂ ਗੁਰੂ ਅਜੇ ਨਹੀਂ ਬਣੇ ਸੀ, ਉਹ ਮਾਤਾ ਦੇ ਗਰਭ 'ਚ ਤਾਂ ਆਏ ਹੀ ਆਏ ਹੈ, ਇਹ ਤਾਂ ਸਾਰੇ ਹੀ ਆਉਂਦੇ, ਲੇਕਿਨ ਉਹਨਾਂ ਦਾ ਜਨਮ ਹੋਇਆ। ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਹੈ, ਇਹਨਾਂ ਦਾ ਜਨਮ ਹੈ। ਫਿਰ ਜਨਮ ਮਰਨ ਦੋਹੂ ਮੈਂ ਨਹੀਂ, ਇਹਦਾ ਮਤਲਬ ਦੇਖੋ ਕਿੰਨਾ ਗਹਿਰਾ ਹੈ। ਜਿੱਦਣ ਤੋਂ ਗੁਰੂ ਭੇਂਟ ਹੋ ਗਈ ਬੰਦੇ ਨੂੰ, ਮੈਂ ਟੁੱਟ ਗਈ, ਨਾਮ ਚੱਲ ਪਿਆ, ਅਨਹਦ ਅੰਦਰ ਸ਼ੁਰੂ ਹੋ ਗਿਆ, ਦਰਸ਼ਨ ਹੋ ਗਏ ਪ੍ਰਭੂ ਦੇ। ਉਸ ਦਿਨ ਤੋਂ ਉਹਦਾ ਫਿਰ ਨਾ ਤਾਂ ਮੌਤ ਹੁੰਦੀ ਹੈ ਸਰੀਰਕ ਨਹੀਂ, ਆਤਮਕ, ਤੇ ਨਾ ਹੀ ਮੁੜ ਕੇ ਜਨਮ ਹੁੰਦਾ। ਫਿਰ ਉਹ ਜਨਮ ਮਰਨ ਦੋਹੂ ਮੈਂ ਨਹੀਂ ਦਾ ਇਹ ਭਾਵ ਹੈ। ਮੁੜ ਕੇ ਉਹ ਕੱਟ ਹੋ ਜਾਂਦਾ ਸਾਰਾ ਕੁਝ। ਜਦ ਤੋਂ ਗੁਰੂ ਬਣ ਗਏ ਉਹ, ਜਾਂ ਕੋਈ ਭਗਤ ਚੌਥੇ 'ਚ ਪਹੁੰਚ ਗਿਆ, ਉਹਦਾ ਜਨਮ ਮਰਨ ਕੱਟ ਹੋ ਜਾਂਦਾ। ਦੇਖੋ ਹੁਣ ਮਾਇਆ ਹੈ, ਮਾਇਆ ਨੂੰ ਸਰੀਰਕ ਮੌਤ ਤਾਂ ਆਉਣੀ ਓ ਆਉਣੀ ਹੈ, ਚੰਦ ਸੂਰਜ ਨੂੰ ਵੀ ਆਉਣੀ ਹੈ, ਸਭ ਨੂੰ ਆਈ ਹੈ, ਕਿੰਨੀ ਵਾਰ ਪਹਿਲਾਂ ਵੀ ਹੋ ਲਿਆ ਹੈ ਸਾਰਾ ਕੁਝ, ਕਈ ਵਾਰ ਪਸਰੇ ਉਹ ਪਸਾਰ। ਲੇਕਿਨ ਜਿਹੜੀ ਆਤਮਕ ਮੌਤ ਹੈ, ਜਿਹੜੀ ਅਸੀਂ ਰੋਜ਼ ਮਰਦੇ ਹਾਂ ਡਰਦੇ ਮਾਰੇ, ਆਏ ਨਾ ਹੋ ਜਾਏ, ਉਹ ਨਾ ਹੋ ਜਾਏ, ਬੱਚਾ ਨਾ ਢਿੱਲਾ ਹੋ ਜਾਏ, ਉਹ ਆਤਮਕ ਮੌਤ ਭਗਤ ਨੂੰ ਫਿਰ ਨਹੀਂ ਆਉਂਦੀ। ਉਹ ਸਦਾ ਵਾਸਤੇ ਹੀ ਅਮਰ ਹੋ ਜਾਂਦਾ, ਪਰਮਾਤਮਾ ਦੇ ਨਾਲ ਜਿਉਂਦੇ ਜੀ ਲੀਨ ਹੋ ਜਾਂਦਾ। ਇਹ ਨਹੀਂ ਵੀ ਮਰਨ ਤੋਂ ਬਾਅਦ ਕੋਈ ਮੁਕਤੀ ਹੈ। ਮੂਏ ਹੋਏ ਜੋ ਮੁਕਤ ਦਿਓਗੇ, ਮੁਕਤੀ ਨ ਜਾਣੇ ਕੋਇਲਾ, ਬਾਬਾ ਨਾਮਦੇਵ ਜੀ। ਮੁਕਤੀ ਜਿਉਂਦੇ ਜੀ ਸਰੀਰ ਦੇ ਵਿੱਚ ਹੁੰਦੀ ਹੈ। ਔਰ ਜੀਵਤ ਮ੍ਰਿਤਕ ਕਈ ਵਾਰ ਸ਼ਬਦ ਆਉਂਦਾ ਗੁਰਬਾਣੀ 'ਚ, ਪਿੱਛੇ ਜੇ ਵੀ ਕੱਲ੍ਹ ਪਰਸੋਂ ਵੀ ਆਇਆ ਸੀ। ਕੌਣ ਹੁੰਦਾ ਜੀਵਤ ਮ੍ਰਿਤਕ? ਜਿਉਂਦੇ ਹੋਏ ਮਰਿਆ ਵਾ ਹੋਵੇ ਜਿਹੜਾ। ਇਹ ਫਲਸਫੇ ਦੇ ਸ਼ਬਦ ਹੈ, ਅੰਦਰ ਤੋਂ ਗੱਲਾਂ ਦਾ ਅੰਦਰ ਤਲਕ ਹੈ ਨਾਲ ਇਹਨਾਂ ਦਾ, ਅੰਦਰ ਨਾਲ। ਜੀਵਤ ਮ੍ਰਿਤਕ ਸੋ ਆਖੀਐ, ਜਿਸ ਵਿੱਚੋਂ ਹਉਮੈ ਜਾਏ। ਫਲਸਫੇ ਦੇ ਵਿੱਚ, ਗੁਰਮਤ ਵਿੱਚ ਉਹਨੂੰ ਜੀਵਤ ਮ੍ਰਿਤਕ ਕਹਿੰਦੇ, ਜਿਹਦੇ ਅੰਦਰੋਂ ਗੁਰੂ ਹਉਮੈ ਤੋੜ ਦੇਵੇ। ਆਪਣੇ ਵੱਸ 'ਚ ਨਹੀਂ ਵੀ ਆਪਾਂ ਹਉਮੈ ਨੂੰ ਤੋੜ ਲਾਂਗੇ। ਜਿਹਦੀ ਹਉਮੈ ਟੁੱਟ ਗਈ ਉਹ ਜੀਵਤ ਮ੍ਰਿਤਕ ਹੈ। ਮਰ ਵੀ ਗਿਆ ਉਹ ਆਤਮਿਕ ਤੌਰ ਪਰ, ਮੁੜ ਕੇ ਜਿਉਂਦਾ ਵੀ ਹੋ ਗਿਆ। ਗੁਰ ਕੈ ਸ਼ਬਦ ਫਿਰ ਜੀਵੈ ਕੋਇ। ਇਹ ਦੋਨੋਂ ਚੀਜ਼ਾਂ ਇਕੱਠੀਆਂ। ਜਿੱਦਣ ਬੰਦਾ ਮਰ ਗਿਆ, ਯਾਨੀ ਆਤਮਿਕ ਤੌਰ ਪਰ ਮੈਂ ਟੁੱਟ ਗਈ, ਸਮਝ ਲਓ ਉਹ ਅਮਰ ਹੋ ਗਿਆ। ਫਿਰ ਮੁੜ ਕੇ ਉਹਦੀ ਆਤਮਿਕ ਮੌਤ ਨਹੀਂ ਹੋਣੀ। ਪ੍ਰਭ ਕੈ ਸਿਮਰਨ ਗਰਭ ਨਾ ਵਸੈ, ਮੁੜ ਕੇ ਉਹਨੇ ਗਰਭ ਵਿੱਚ ਨਹੀਂ ਪੈਣਾ ਭਾਈ। ਫਿਰ ਪ੍ਰਭ ਕੈ ਸਿਮਰਨ ਦੁਖ ਜਮ ਨਸੈ। ਇਹ ਜਿਹੜਾ ਜਮਾਂ ਦਾ ਦੁੱਖ ਹੈ, ਦੁੱਖ ਦੂਜੇ ਨਹੀਂ ਹੈ, ਉਰੇ ਕੱਖੇ ਨੂੰ ਔਂਕੜ ਲੱਗੀ, ਧਿਆਨ ਦਿਓ। ਇਹ ਜਿਹੜਾ ਜਮਾਂ ਦਾ ਦੁੱਖ ਹੈ, ਸਭ ਤੋਂ ਬੜਾ ਦੁੱਖ ਗਿਣਿਆ ਜਾਂਦਾ ਹੈ ਮੌਤ ਦਾ। ਜਿਹੜਾ ਇੱਕ ਹਉਮੈ ਦਾ, ਇੱਕ ਮੌਤ ਦਾ। ਪ੍ਰਭੂ ਦੇ ਸਿਮਰਨ ਕਰਨ ਨਾਲ ਇਹ ਡਰ ਹਟ ਜਾਂਦਾ ਹੈ। ਜੇ ਕੋ ਜਨਮ ਮਰਨ ਤੇ ਡਰੈ, ਸਾਧ ਜਨਾ ਕੀ ਸ਼ਰਨੀ ਪਰੈ। ਤੋ ਜਿਹੜਾ ਸ਼ਰਨ ਪੈਣ ਦਾ ਮਕਸਦ ਇਹੀ ਹੈ ਵੀ ਸਾਡੀ ਹਉਮੈ ਟੁੱਟ ਜਾਏ। ਜਿੱਦਣ ਟੁੱਟ ਗਈ, ਮੁੜ ਕੇ ਜਮਾਂ ਦਾ ਡਰ ਹਟ ਜਾਂਦਾ। ਜਮ ਕੋਲ ਨਹੀਂ ਆ ਸਕਦੇ, ਦੂਰ ਤੋਂ ਨਮਸਕਾਰ ਤਾਂ ਕਰ ਸਕਦੇ। ਜਮਾਂ ਦਾ ਜਿਹੜਾ ਸੋ ਕਾਲਡ ਬੌਸ ਹੈ, ਧਰਮਰਾਜ, ਉਹ ਵੀ ਨਹੀਂ ਝਾਕ ਸਕਦਾ ਉੱਧਰ। ਉਹ ਵੀ ਆ ਕੇ ਚਾਨਣਾ ਵੀ ਤਾਂ ਬਹਿ ਸਕਦਾ, ਸੇਵਾ ਪੁੱਛ ਸਕਦਾ ਵੀ ਦੱਸੋ ਕਿਆ ਕਰਾਂ, ਪਰ ਇਹ ਨਹੀਂ ਵੀ ਉਹ ਕੋਈ ਹੁਕਮ ਲਾਵੇ ਜਿਵੇਂ ਸਾਨੂੰ ਦੁਨਿਆਵੀ ਜੀਵਾਂ ਦੇ ਉੱਤੇ ਉਹਦਾ ਹੁਕਮ ਚੱਲਦਾ ਹੈ। ਪ੍ਰਭ ਕੈ ਸਿਮਰਨ ਕਾਲ ਪਰ ਹਰੈ। ਕਾਲ ਮੌਤ ਇਹ ਦੂਰ ਹੋ ਜਾਂਦੀ ਹੈ। ਔਰੰਗਜ਼ੇਬ ਸਮਝਦਾ ਸੀਗਾ ਵੀ ਮੈਂ ਨੌਵੇਂ ਪਾਤਸ਼ਾਹ ਨੂੰ ਸ਼ਹੀਦ ਕਰ ਦਿੱਤਾ ਹੈ, ਖਤਮ ਕਰ ਦਿੱਤਾ ਹੈ। ਖਤਮ ਅਸਲ 'ਚ ਕੌਣ ਹੋਇਆ? ਔਰੰਗਜ਼ੇਬ ਖਤਮ ਹੋ ਗਿਆ। ਗੁਰੂ ਪਾਤਸ਼ਾਹ ਦੇ ਹੁਣ ਵੀ ਜਾ ਕੇ ਦੇਖ ਲਓ, ਕਿੱਕਣ ਰੌਣਕਾਂ ਲੱਗਦੀਆਂ, ਕਿੰਨਾ ਕੁਛ ਚੜਾਵਾ ਚੜ੍ਹਦਾ ਹੈ। ਉਹ ਜਿਹੜਾ ਔਰੰਗਜ਼ੇਬ ਹੈ, ਉਹਦੇ ਮਜ਼ਾਰ ਪਰ ਜਿਹੜਾ ਮਜ਼ੌਰ ਬੈਠਾ ਹੈ, ਉਹ 1-1 ਰੁਪਈਆ ਮੰਗਦਾ ਵੀ ਦੀਵੇ ਖਾਤਰ, ਤੇਲ ਖਾਤਰ ਦੇ ਦਿਓ ਭਾਈ। ਦੇਖੋ ਕਿੰਨਾ ਅੰਤਰ ਹੈ। ਅਤੇ ਇੱਧਰ ਭੀੜਾਂ ਲੱਗਦੀਆਂ, ਸੰਗਤ ਇਕੱਠੀ ਹੁੰਦੀ ਹੈ, ਮੇਲੇ ਲੱਗਦੇ ਹੈ। ਤੋ ਗੁਰੂ ਸਾਹਿਬ ਹਮੇਸ਼ਾ ਵਾਸਤੇ ਅਮਰ ਹੈ। ਕਾਲ ਖਤਮ ਹੋ ਗਿਆ ਨਾ, ਤਿੰਨੇ ਕਾਲਾਂ 'ਚ। ਪ੍ਰਭ ਕੈ ਸਿਮਰਨ ਦੁਸ਼ਮਣ ਟਰੈ। ਜਿਹੜਾ ਦੁਸ਼ਮਣ ਹੈ, ਇਹ ਇੱਕ ਵਚਨ ਉਰੇ ਆਇਆ ਹੋਇਆ, ਦੇਖੋ ਨੰਨੇ ਨੂੰ ਔਂਕੜ ਹੈ। ਸਾਡਾ ਦੁਸ਼ਮਣ ਕੌਣ ਹੈ? ਦੁਨਿਆਵੀ ਤੌਰ 'ਤੇ ਤਾਂ ਕੋਈ ਚਲੋ ਬੰਦਾ ਹੋ ਸਕਦਾ ਹੈ, ਪਰ ਦੁਸ਼ਮਣ ਸਾਡਾ ਅੰਦਰ ਹਉਮੈ ਸਭ ਤੋਂ ਵੱਡਾ ਹੈ।
ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਦੁਸ਼ਮਣ ਹੈ, ਸਭ ਤੋਂ ਵੱਡਾ ਹਉਮੈ ਹੈ, ਵਿਖਿਆ ਜਿਹਨੂੰ ਕਹਿੰਦੇ ਆਪਾਂ, ਇਹ ਦੂਰ ਹੋ ਜਾਂਦਾ। ਪ੍ਰਭ ਸਿਮਰਤ ਕਛ ਵਿਘਨ ਨਾ ਲਾਗੈ, ਕੋਈ ਵਿਘਨ ਕੋਈ ਰੁਕਾਵਟ ਨਹੀਂ ਆਉਂਦੀ ਜਿਹੜਾ ਪ੍ਰਭੂ ਦੇ ਸਿਮਰਨ 'ਚ ਲੀਨ ਹੋ ਜਾਂਦਾ। ਪ੍ਰਭ ਕੈ ਸਿਮਰਨ ਅਨ ਦਿਨ ਜਾਗੈ। ਹੁਣ ਜੇ ਆਪਾਂ ਆਖਰੀ ਅਰਥ ਲਵਾਂਗੇ ਤਾਂ ਇਹਦਾ ਮਤਲਬ ਇਹ ਹੈ ਵੀ ਉਹ ਸੌਂਦਾ ਨਹੀਂ ਹੋਣਾ ਕਦੇ ਵੀ ਜਿਹੜਾ ਸੰਤ ਹੈ। ਨਹੀਂ ਭਾਈ, ਇਸ ਤਰ੍ਹਾਂ ਦੀ ਗੱਲ ਨਹੀਂ ਹੈ। ਉਹ ਮਾਨਸਿਕ ਤੌਰ 'ਤੇ ਆਤਮਿਕ ਤੌਰ 'ਤੇ ਹਮੇਸ਼ਾ ਹੀ ਜਾਗਦਾ ਰਹਿੰਦਾ, ਸੁੱਤੇ ਹੋਏ ਦੇ ਵੀ ਨਾਮ ਚੱਲਦਾ ਰਹਿੰਦਾ। ਇਹ ਵੀ ਇੱਕ ਸਵਾਲ ਪੁੱਛਿਆ ਸੀ, ਇਹਦੇ ਬਾਰੇ ਫਿਰ ਵਿਚਾਰ ਕਰਾਂਗੇ ਵੀ ਸੁੱਤੇ ਹੋਏ ਤੇ ਕਿਵੇਂ ਚੱਲਦਾ। ਚਲੋ ਮੋਟੀ ਜੀ ਵਿਚਾਰ ਇਹ ਹੈ ਵੀ ਆਪਣਾ ਨਬਜ਼ ਵੀ ਤਾਂ ਚੱਲਦੀ ਹੈ ਸੁੱਤਿਆਂ ਦੀ, ਦਿਲ ਚੱਲਦਾ ਨਹੀਂ ਹੈ, ਸਾਸ ਵੀ ਚੱਲਦੇ, ਐਸੇ ਤਰੀਕੇ ਨਾਲ ਭਗਤਾਂ ਦੇ ਨਾਮ ਚੱਲਦਾ। ਸਾਨੂੰ ਕਿਉਂਕਿ ਐਕਸਪੀਰੀਅੰਸ ਨਹੀਂ, ਸਾਨੂੰ ਮੰਨਣਾ ਔਖਾ ਲੱਗਦਾ। ਸੋ ਹਮੇਸ਼ਾ ਹੀ ਜਾਗਦਾ ਜਿਹੜਾ ਪ੍ਰਭੂ ਦੇ ਸਿਮਰਨ 'ਚ ਲੱਗ ਜਾਂਦਾ। ਪ੍ਰਭ ਕੈ ਸਿਮਰਨ ਭਉ ਨਾ ਵਿਆਪੈ, ਬੇਡਰ ਹੋ ਜਾਂਦਾ। ਉਹ ਡਰਾਵਾ ਦਿੱਤਾ ਜਾ ਰਿਹਾ ਸੀ ਸਾਹਿਬਜ਼ਾਦਿਆਂ ਨੂੰ ਮੌਤ ਦਾ, ਡਰੇ ਜੁੱਤੀ ਦਿਖਾਈ ਸਗੋਂ ਨਵਾਬ ਨੇ। ਇਹ ਹੈ ਨਿਰਭਉ ਹੋਣਾ। ਨਿਰਮਲ ਭਉ ਪੈ ਜਾਂਦਾ ਅਤੇ ਸੰਸਾਰੀ ਡਰ ਹਟ ਜਾਂਦਾ ਹੈ। ਜਿਵੇਂ ਸੂਰਜ ਚੜ੍ਹਦਾ ਹੈ, ਮੋਮਬੱਤੀਆਂ, ਲਾਟੂ, ਬਲਬ, ਟਿਊਬਾਂ ਸਭ ਫਿੱਕੇ ਪੈ ਜਾਂਦੇ। ਜਦੋਂ ਨਿਰਮਲ ਭਉ ਦਾ ਪ੍ਰਕਾਸ਼ ਅੰਦਰ ਹੁੰਦਾ ਹੈ ਨਾ, ਗੁਰੂ ਭੇਂਟ ਤੋਂ ਬਾਅਦ ਹਉਮੈ ਟੁੱਟ ਕੇ ਸਾਰੇ ਡਰ ਦੁਨੀਆ ਦੇ ਨੱਠ ਜਾਂਦੇ। ਮੌਤ ਦਾ ਹੀ ਡਰ ਬੜਾ, ਉਹ ਵੀ ਹਟ ਜਾਂਦਾ। ਔਰ ਇਹ ਆਪਣੀ ਸਿੱਖ ਹਿਸਟਰੀ ਵਿੱਚ ਤਾਂ ਇਹ ਗੱਲ ਦਿਖਾਈ ਗਈ ਹੈ। ਬੰਦ ਕੱਟਿਆ ਗਿਆ ਭਾਈ ਮਨੀ ਸਿੰਘ ਜੀ ਦਾ, ਭਾਈ ਤਾਰੂ ਸਿੰਘ ਜੀ ਦੀ ਖੋਪਰੀ ਤਾਰੀ ਗਈ, ਡਰੇ ਨਿਰਭਉ ਹੋ ਜਾਂਦਾ ਬੰਦਾ। ਪ੍ਰਭ ਕੈ ਸਿਮਰਨ ਦੁੱਖ ਨਾ ਸੰਤਾਪੈ, ਕੋਈ ਦੁੱਖ ਹਉਮੈ ਵਾਲਾ ਫਿਰ ਸੰਤਾਪਦਾ ਨਹੀਂ ਬੰਦੇ ਨੂੰ। ਦੂਜੇ ਦੁੱਖਾਂ ਦੀ ਗੱਲ ਨਹੀਂ ਹੈ, ਉਰੇ ਖੱਖੇ ਨੂੰ ਔਂਕੜ ਹੈ। ਪ੍ਰਭ ਕੈ ਸਿਮਰਨ ਮੌਤ ਦਾ ਜਾਂ ਹਉਮੈ ਦਾ ਦੁੱਖ ਹੈ ਜਿਹੜਾ, ਉਹ ਸੰਤਾਪ ਨਹੀਂ ਦਿੰਦਾ। ਫਿਰ ਪ੍ਰਭ ਕਾ ਸਿਮਰਨ ਸਾਧ ਕੈ ਸੰਗ। ਆ ਦੇਖੋ ਹੁਣ ਕਈ ਬੰਦੇ ਆਪਣੇ ਤੌਰ ਪਰ ਰੱਬ ਦੀ ਭਗਤੀ ਕਰਦੇ ਹੈ, ਉਹ ਕਬੂਲ ਨਹੀਂ ਹੈ ਕਿਉਂਕਿ ਹਉਮੈ ਨਹੀਂ ਟੁੱਟਣੀ, ਆਪਣੇ ਆਪ ਤੇ ਟੁੱਟ ਨਹੀਂ ਸਕਦੀ ਕਿਸੇ ਵੀ ਬੰਦੇ ਦੀ। ਇਸੀ ਕਰਕੇ ਸਾਧ ਦੀ ਸੰਗਤ ਦੀ ਲੋੜ ਹੈ। ਪ੍ਰਭ ਕੈ ਸਿਮਰਨ ਸਾਧ ਕੈ ਸੰਗ, ਮਨਮੁਖ ਭਗਤ ਕਰੈ ਬਿਨ ਸਤਿਗੁਰ, ਬਿਨ ਸਤਿਗੁਰ ਭਗਤ ਨਾ ਹੋਈ ਰਾਮ। ਉਹ ਵੀ ਰਾਮ ਤਾਂ ਉਹ ਵੀ ਕਹਿੰਦਾ ਜਿਹੜਾ ਗੁਰੂ ਨਾਲ ਨਹੀਂ ਜੁੜਿਆ ਹੋਇਆ ਅੰਦਰ ਤੋਂ, ਪਰ ਉਹ ਕਬੂਲ ਨਹੀਂ ਹੋਣਾ। ਸ਼ੇਸ਼ਨਾਗ ਵਾਲਾ ਫਿਰ ਭਗਤੀ ਹੋ ਜਾਣੀ, ਹਉਮੈ ਟੁੱਟਣੀ ਕੋਈ ਨਹੀਂ। ਇਹ ਮਤਲਬ ਹੈ ਸਾਧ ਦੇ ਸੰਗ ਦਾ। ਸਰਬ ਨਿਧਾਨ ਨਾਨਕ ਹਰ ਰੰਗ, ਹਰੀ ਦੇ ਰੰਗ 'ਚ ਰੰਗੇ ਤੋਂ ਸਾਰੇ ਖਜ਼ਾਨੇ ਮਗਰ ਫਿਰਦੇ। ਸਿੱਧ ਸਮਝਦੇ ਸੀ ਵੀ ਅਸੀਂ ਬੜੇ ਪੁੱਗੇ ਹੋਏ ਹਾਂ, ਸਾਡੇ ਕੋਲ ਮਾਇਆ ਇਕੱਠੀ ਹੋਊਗੀ। ਬਾਬਾ ਨਾਨਕ ਜੀ ਹਲ ਵਾਹੁੰਦੇ ਉਹਨਾਂ ਹੀ ਕੱਪੜਿਆਂ ਨਾਲ ਜਾ ਕੇ ਮੇਲੇ ਪਰ ਬੈਠ ਗਏ। ਸ਼ਿਵਰਾਤ ਦੇ ਪਰ ਲੱਗੀ ਬਰਸਣ ਲਛਮੀ, ਰਿੱਧ ਸਿੱਧ ਨੌ ਸਿੱਧ ਸਵਾਈ। ਸਿੱਧਾਂ ਨੂੰ ਰਸ਼ਕ ਆਈ, ਭਗਤ ਅਸੀਂ ਹੈ, ਬੜੇ ਅਸੀਂ ਹੈ। ਇਹ ਇੱਕ ਉਹ ਤਾਂ ਮਾਮੂਲੀ ਸਮਝਦੇ ਹੋਣੇ ਵੀ ਇੱਕ ਮਾਮੂਲੀ ਕਿਸਾਨ ਆ ਕੇ ਬਹਿ ਗਿਆ ਮੇਲੇ ਪਰ, ਇਹਦੇ ਕੋਲ ਢੇਰ ਲੱਗ ਗਏ ਮਾਇਆ ਦੇ। ਰਿੱਧ ਸਿੱਧ ਨੌ ਨਿੱਧ ਸਵਾਈ, ਸਮਝ ਹੈ ਨਹੀਂ ਸੀ ਵੀ ਇਹ ਕਿਆ ਹੋ ਰਿਹਾ। ਮਾਇਆ ਤਾਂ ਚਰਨਾਂ ਦੀ ਦਾਸੀ ਬਣ ਜਾਂਦੀ ਹੈ ਭਗਤਾਂ ਦੀ, ਵੀ ਦੱਸੋ ਜੀ ਸਾਨੂੰ ਕੋਈ ਕੰਮ। ਉਹ ਕਹਿੰਦੇ ਪਿੱਛੇ ਹਟ, ਤੇਰਾ ਸਾਡੇ ਨਾਲ ਕੋਈ ਕੰਮ ਨਹੀਂ। ਇਸ ਕਰਕੇ ਮਾਇਆ ਜਿਹੜੀ ਹੈ ਕਿਸੇ ਵੀ ਰੂਪ 'ਚ, ਇਹਨੂੰ ਸਾਧ ਕਦੇ ਵੀ ਨਹੀਂ ਫਿਰ ਉਹ ਕਰਦਾ, ਵਰਤਦਾ ਹੈ ਇਹਨੂੰ, ਪਰ ਇਹ ਨਹੀਂ ਹੈ ਵੀ ਮਾਇਆ ਉਹਦੇ ਪਰ ਸਵਾਰੀ ਕਰੂਗੀ ਜਾਂ ਉਹਨੂੰ ਆਪਣੇ ਤਰ੍ਹਾਂ ਚਲਾਊਗੀ। ਉਹ ਸਾਧ ਦੇ ਚਰਨਾਂ 'ਚ ਰਹਿੰਦੀ ਹੈ। ਫਿਰ ਸਾਰੇ ਖਜ਼ਾਨੇ ਉਹਦੇ ਚਰਨਾਂ 'ਚ ਆ ਜਾਂਦੇ। ਪ੍ਰਭ ਕੈ ਸਿਮਰਨ ਰਿੱਧ ਸਿੱਧ ਨੌ ਨਿੱਧ, ਸਭ ਕੁਛ ਰਿੱਧੀਆਂ ਸਿੱਧੀਆਂ ਨਿੱਧੀਆਂ ਸਿਮਰਨ 'ਚ ਆ ਜਾਂਦੀਆਂ। ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ, ਜਿਹੜਾ ਦੁਨਿਆਵੀ ਗਿਆਨ ਵਿਦਵਾਨ ਚੱਕੀ ਫਿਰਦੇ ਸਿਰ ਦੇ ਉੱਪਰ, ਖਰ ਚੰਦਨ ਜਸ ਭਾਰਾ, ਉਹ ਸਾਰਾ ਹੀ ਗਿਆਨ ਦਾ ਜਿਹੜਾ ਤੱਤ ਹੈ, ਉਹ ਬੁੱਧੀ ਵਿਵੇਕ ਬੁੱਧੀ, ਉਹ ਗਿਆਨ ਧਿਆਨ ਜਿਹੜਾ ਗੁਰੂ ਤੋਂ ਮਿਲਦਾ ਹੈ, ਉਹ ਸਿਮਰਨ ਵਿੱਚ ਆ ਜਾਂਦਾ। ਸਿਮਰਨ ਤੋਂ ਬਿਨਾਂ ਇਹ ਪੈਦਾ ਨਹੀਂ ਹੁੰਦਾ। ਪ੍ਰਭ ਕੈ ਸਿਮਰਨ ਜਪ ਤਪ ਪੂਜਾ। ਹੋਰ ਬਹੁਤ ਬੜਾ ਨੁਕਤਾ ਆ ਰਿਹਾ, ਗੁਰੂ ਮਹਾਰਾਜ ਫਰਮਾ ਰਹੇ, ਜਿੰਨੇ ਵੀ ਜਾਪੈ ਤਾਪੈ ਪੂਜਾ ਕਰਦਾ ਬੰਦਾ, ਹੁਣ ਵੀ ਹੋ ਰਿਹਾ ਉਸੇ ਤਰ੍ਹਾਂ, ਇਹ ਸਾਰਿਆਂ ਇਹ ਸਿਮਰਨ ਦੇ ਵਿੱਚ ਆ ਜਾਂਦੇ ਭਾਈ। ਮਤਲਬ ਇਹ ਵੀ ਇਹਨਾਂ ਨੂੰ ਕਰਨ ਦੀ ਲੋੜ ਨਹੀਂ ਤਿੰਨਾਂ ਗੁਣਾਂ 'ਚ। ਸਿਮਰਨ ਤੇ ਜਿਹੜਾ ਬੰਦਾ ਲੱਗ ਗਿਆ, ਜਾਂ ਉਸ ਤੋਂ ਪਹਿਲਾਂ ਆਰਾਧਨਾ ਵਿੱਚ ਲੱਗ ਗਿਆ, ਜਾਂ ਧਿਆਨ 'ਚ ਲੱਗ ਗਿਆ, ਜਪ ਲੱਗ ਗਿਆ ਕਰਨ, ਉਹਨੂੰ ਵੀ ਸਮਝ ਆ ਜਾਂਦੀ ਇਹਨਾਂ ਗੱਲਾਂ ਦੀ ਵੀ ਇੱਕ ਤੋਂ ਬਿਨਾਂ ਇਹ ਸਾਰਾ ਡੁਐਲਿਟੀ ਹੈ। ਹੁਣ ਇਹ ਸ਼ਬਦ ਹੈ ਜਿਹੜੇ ਗੁਰਬਾਣੀ 'ਚ
ਅਕਸਰ ਆਉਂਦੇ ਆ, ਜਪ ਵੀ ਤਪ ਵੀ ਪੂਜਾ ਵੀ, ਚੰਗੀ ਸੈਂਸ ਵਿੱਚ ਵੀ ਆਉਂਦੇ ਆ, ਨੈਗੇਟਿਵ ਸੈਂਸ ਵਿੱਚ ਵੀ ਆਉਂਦੇ। ਜਿਹੜਾ ਜਪ ਤਪ ਤ੍ਰੈ ਗੁਣਾ 'ਚ ਹੁੰਦਾ, ਪੁੱਠੇ ਲਟਕਣਾ, ਧੂਣੀਆਂ ਤਾਪਣਾ, ਠੰਡਾ ਪਾਣੀ ਪਾਉਣਾ ਸਿਆਲ 'ਚ, ਇਹਦੀ ਤਾਂ ਨਿਖੇਧੀ ਕਰੀ ਹੋਈ ਹੈ, ਹਠ ਯੋਗ ਹੈ। ਲੇਕਿਨ ਜਿਹੜਾ ਤਪ ਜਾਂ ਜਪ ਗੁਰਮਤਿ ਕਰਾਉਂਦੀ ਹੈ ਉਹ ਪ੍ਰਵਾਨ ਹੈ। ਉਹ ਕਿਵੇਂ ਹੈ? ਗੁਰ ਕੀ ਸੇਵਾ ਇਹ ਤਪ ਪ੍ਰਵਾਨ। ਸੇਵਾ ਕਰੋ, ਘਰ ਨਾ ਘਰ ਲਓ, ਬਾਬਾ ਲੈਣਾ ਜਿਹਨੇ ਨਹੀਂ ਕਰ ਲਿਆ, ਉਹ ਤਪ ਤੋਂ ਘੱਟ ਸੀ ਕੋਈ? ਉਹ ਪ੍ਰਵਾਨ, ਉਹੀ ਪੂਜਾ ਹੈ। ਸਭ ਕੁਛ ਪ੍ਰਭੂ ਦਾ ਜਿਹੜਾ ਸਿਮਰਨ ਹੈ ਉਹਦੇ ਵਿੱਚ ਇਹ ਸਾਰਾ ਕੁਛ ਆ ਜਾਂਦਾ। ਅਤੇ ਪ੍ਰਭ ਕੈ ਸਿਮਰਨ ਬਿਨਸੈ ਦੂਜਾ, ਡੁਐਲਟੀ, ਦੂਜਾ ਖਤਮ ਹੋ ਜਾਂਦਾ, ਰਹਿੰਦਾ ਹੀ ਨਹੀਂ ਮਨ ਦੇ ਵਿੱਚ ਰਤਾ ਮਾਤਰ ਵੀ। ਹੁਣ ਜਿਹਦੇ ਤਾਂ ਅੰਦਰ ਇਹ ਹੋ ਗਿਆ ਉਹਨੂੰ ਤਾਂ ਪ੍ਰਤੀਤ ਆ ਗਈ, ਦੂਜੇ ਸੁਣ ਸੁਣਾ ਕੇ ਮਨ ਤਾਂ ਲੈਂਦੇ ਪਰ ਪ੍ਰਤੀਤ ਕੋਈ ਨਹੀਂ ਆਉਂਦੀ। ਜਦੋਂ ਇੱਕ ਏਕਾ ਅੰਦਰ ਆ ਗਿਆ ਤਾਂ ਮੜੀ ਮਸਾਣੀ ਨਾਗ ਜੋਤਸ਼ੀਆਂ ਦੇ ਸਾਉਣ ਸ਼ਾਸਤਰ ਔਰ ਜਠੇਰਿਆਂ ਦੀ ਪੂਜਾ, ਹੋਰ ਜੋ ਵੀ ਕੁਛ ਸੰਸਾਰ ਕਰਦਾ ਹੈ ਸਿੱਖ ਵੀ ਕਰੀ ਜਾ ਰਹੇ ਹੈ, ਇਸੀ ਕਰਕੇ ਕਿਉਂਕਿ ਅੰਦਰ ਏਕਾ ਨਹੀਂ ਆਇਆ ਜੇ। ਇਹ ਦੂਜਾ ਜਿਹੜਾ ਇਹ ਬਿਨਸ ਜਾਂਦਾ ਭਾਈ। ਫਿਰ ਪ੍ਰਭ ਕੈ ਸਿਮਰਨ ਤੀਰਥ ਇਸ਼ਨਾਨੀ, ਦੁਨੀਆ ਤੀਰਥਾਂ ਪਰ ਫਿਰਦੀ ਹੈ। ਗੁਰਬਾਣੀ ਫਰਮਾਉਂਦੀ ਹੈ ਵੀ ਤੀਰਥ ਨਹਾਵਣ ਜਾਓ, ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਪ੍ਰਭੂ ਦੇ ਸਿਮਰਨ ਵਿੱਚ ਹੀ ਤੀਰਥ ਇਸ਼ਨਾਨ ਆ ਜਾਂਦਾ। ਹੁਣ ਜਿਹੜੀ ਸਾਡੀ ਬੁੱਧੀ ਹੈ ਉਹ ਇਹ ਗੱਲ ਨੂੰ ਕਬੂਲ ਕਰਨ ਨੂੰ ਤਿਆਰ ਨਹੀਂ ਹੈ। ਸਾਡੇ ਜਿਹੜੇ ਸਾਧੂ ਲੋਕ ਹੈ ਸਿੱਖ ਜਗਤ ਵਿੱਚ ਵੀ, ਚਾਹੇ ਪੂਰੇ ਨਹੀਂ ਹੈ ਜਾਂ ਚਾਹੇ ਕੋਈ ਹੈ, ਉਹ ਵੀ ਇਸ ਗੱਲ ਤੋਂ ਬਾਹਰ ਨਹੀਂ ਅਜੇ ਆਏ ਹੋਏ। ਸਭ ਬੱਸਾਂ ਭਰ ਭਰ ਕੇ ਲਿਜਾਨੇ, ਚਾਹੇ ਬੱਸਾਂ ਦੇ ਵਿੱਚ ਕੋਈ ਗੱਲ ਹੋਰ ਵੀ ਹੁੰਦੀ ਹੈ ਵੀ ਉਹਦੇ 'ਚੋਂ ਪੈਸੇ ਬਚ ਜਾਂਦੇ, ਲੇਕਿਨ ਜੇ ਉਹ ਪੈਸੇ ਨਾ ਵੀ ਕੋਈ ਬਚਾਵੇ, ਸਿਰਫ ਲਿਜਾਵੇ, ਇਹ ਵੀ ਅੰਧ ਵਿਸ਼ਵਾਸ ਹੈ। ਸਿੱਖ ਨੂੰ ਸਮਝ ਹੋਣੀ ਚਾਹੀਦੀ ਹੈ ਵੀ ਤੀਰਥ ਕਿਆ ਚੀਜ਼ ਹੈ। ਗੁਰੂ ਦਾ ਜਿਹੜਾ ਸ਼ਬਦ ਹੈ ਜਾਂ ਨਾਮ ਹੈ ਅੰਦਰ, ਉਹੀ ਤੀਰਥ ਹੈ ਭਾਈ। ਅੰਦਰ ਨੂੰ ਜਾਣਾ ਹੈ। ਜਿਹੜਾ ਆਪਾਂ ਦਰਸ਼ਨ ਕਰਨ ਜਾਣਾ ਕਿਸੇ ਇਤਿਹਾਸਕ ਜਗ੍ਹਾ 'ਤੇ, ਉਹ ਚੀਜ਼ ਹੋਰ ਹੈ, ਉਹ ਕਰਨੀ ਚਾਹੀਦੇ। ਉਹਦੇ ਨਾਲ ਸਾਨੂੰ ਇੰਸਪੀਰੇਸ਼ਨ ਮਿਲਦੀ ਹੈ। ਦੀਵਾਰ ਨੂੰ ਦੇਖ ਕੇ ਸਾਹਿਬਜ਼ਾਦਿਆਂ ਪ੍ਰਤੀ ਉਹ ਨਿੱਘ ਔਰ ਪੈਦਾ ਹੁੰਦਾ ਹੈ ਲਾਭ, ਪ੍ਰੇਮ, ਜਿਹੜਾ ਉਂਝ ਨਹੀਂ ਪੈਦਾ ਹੋ ਸਕਦਾ। ਉਹ ਕਰਨਾ ਚਾਹੀਦਾ ਉਸ ਸਾਰ ਨਾਲ। ਜਿਵੇਂ ਲੋਕ ਤੀਰਥ ਇਸ਼ਨਾਨ ਕਰ ਰਹੇ ਵੀ ਸਾਡੇ ਪਾਪ ਕੱਟ ਜਾਣਗੇ, ਉਸ ਗੱਲ ਨੂੰ ਗੁਰਬਾਣੀ ਬਿਲਕੁਲ ਪ੍ਰਵਾਨ ਨਹੀਂ ਕਰਦੀ। ਤੋ ਇਹ ਸਭ ਕੁਝ ਸਿਮਰਨ ਵਿੱਚ ਆ ਜਾਂਦਾ ਭਾਈ। ਤੀਰਥ ਇਸ਼ਨਾਨ ਪ੍ਰਭੂ ਦੇ ਸਿਮਰਨ ਵਿੱਚ ਹੀ ਹੈ। ਪ੍ਰਭ ਕੈ ਸਿਮਰਨ ਦਰਗਾਹ ਮਾਨੀ। ਇਸੇ ਕਰਕੇ ਪਿੱਛੇ ਜੇ ਦੱਸਦੇ ਨੇ ਇੱਕ ਵਿਚਾਰ ਕਰੀ ਸੀ ਬਾਬਾ ਅਜੀਤ ਸਿੰਘ ਜੀ ਨਥਨਪੁਰ ਵਾਲਿਆਂ ਦੀ, ਜਦੋਂ ਉਹ ਅੰਮ੍ਰਿਤਸਰ ਗਏ ਸੀ ਕਿਸੇ ਸ਼ਰਧਾਲੂ ਦੇ ਨਾਲ। ਬਸੀ ਪਠਾਣਾ ਦਾ ਕੋਈ ਟਰੱਕ ਆਪਰੇਟਰ ਸੀਗਾ, ਆਪਣੇ ਟਰੱਕ ਸੀ ਉਹਦੇ, ਉੱਥੇ ਉਹਦਾ ਕਾਰੋਬਾਰ ਸੀ। ਉਹਨੇ ਪਾਠ ਕਰਵਾਇਆ ਸੀ ਸੰਤਾਂ ਦੇ ਪਾਠੀਆਂ ਤੋਂ। ਸੰਤ ਵੀ ਉੱਥੇ ਰਹੇ 3 ਦਿਨ। ਜਦੋਂ ਬਾਅਦ ਵਿੱਚ ਭੋਗ ਪੈ ਕੇ ਲੰਗਰ ਛਕਿਆ ਸੀ, ਇੱਕ ਸਿੰਘ ਨੇ ਬੇਨਤੀ ਕਰੀ ਵੀ ਬਾਬਾ ਜੀ ਇਸ਼ਨਾਨ ਵੀ ਕਰ ਚੱਲੀਏ ਉੱਧਰ ਰਾਮਦਾਸ ਜੀ ਸਰੋਵਰ 'ਚ। ਕਹਿੰਦੇ ਸਾਊ 3 ਦਿਨ ਤਾਂ ਹੋ ਗਏ ਇਸ਼ਨਾਨ ਕਰਦਿਆਂ ਨੂੰ, ਆਓ ਚੱਲੀਏ। ਉਹ ਸਿਰਫ ਉਹਦੇ ਖਾਤਰ ਸੀ ਵੀ ਉਹਦੇ ਮਨ ਵਿੱਚ ਸੀ ਇਹ ਸਵਾਲ ਵੀ ਆਹ ਬਾਣੀ ਛੋਟੀ ਚੀਜ਼ ਹੈ, ਇਸ਼ਨਾਨ ਬੜਾ ਹੈ। ਉਹਦਾ ਭਰਮ ਦੂਰ ਕਰਿਆ ਵੀ ਆਹ ਇਸ਼ਨਾਨ ਕਾਹਦਾ 3 ਦਿਨ ਕਰਿਆ ਹੁਣ। ਇਹਦਾ ਮਤਲਬ ਦੂਜੇ ਪਾਸੇ ਨੈਗੇਟਿਵ ਨਹੀਂ ਲਗਾਉਣਾ ਵੀ ਰਾਮਦਾਸ ਸਰੋਵਰ ਵੱਲ ਨਹੀਂ ਜਾਣਾ। ਗੁਰੂ ਸਾਹਿਬ ਭਗਤ ਜੀ ਸੰਤ ਜੀ ਆਪ ਵੀ ਜਾਂਦੇ ਰਹੇ, ਇਸ਼ਨਾਨ ਕਰਦੇ ਰਹੇ, ਉਹਦੇ 'ਚ ਬਹੁਤ ਵਾਰ ਕਰਿਆ। ਲੇਕਿਨ ਉਹ ਮੌਕੇ ਦੇ ਮੁਤਾਬਕ ਉਹਨੂੰ ਇਹ ਗੱਲ ਦੱਸਣੀ ਸੀਗੀ ਵੀ ਭਾਈ ਇਹ ਗੱਲ ਇਸ ਤਰ੍ਹਾਂ ਹੈ, ਆਹ ਹੈ ਇਸ਼ਨਾਨ ਜਿਹੜਾ 3 ਦਿਨ ਆਪਾਂ ਨੂੰ ਹੋ ਗਏ ਕਰਦਿਆਂ ਨੂੰ। ਇਸ ਚੀਜ਼ ਨੂੰ ਸਾਡੇ ਗਰੁੱਪ 'ਚੋਂ ਗਏ ਹੋਏ 1-2 ਬੰਦਿਆਂ ਨੇ ਦੱਸ ਨੂੰ ਪਤਾ ਲੱਗਿਆ, ਵਿੱਚੋਂ ਹੀ ਉਹਨੂੰ ਬੁਰਾ ਵੀ ਮਨਾਇਆ ਵੀ ਆਹ ਗੱਲ ਕਿਉਂ ਕਹੀ ਹੈ। ਹੁਣ ਇਹ ਗੱਲ ਨੂੰ ਜਿਹੜਾ ਤਾਂ ਸਮਝ ਸਕਦਾ ਉਹਦੇ ਵਾਸਤੇ ਤਾਂ ਇਹ ਠੀਕ ਹੈ, ਦੂਜਿਆਂ ਨੂੰ ਤਾਂ ਫਿਰ ਇਹ ਬੁਰੀ ਲੱਗਦੀ ਹੈ। ਜਿਹੜੇ ਹਜੇ ਬਾਹਰ ਜੁੜੇ ਹੋਏ ਹੈ, ਤੀਰਥਾਂ ਨਾਲ ਜੁੜੇ ਹੋਏ ਹੈ, ਅੰਦਰ ਤੋਂ ਨਾਮ ਨਾਲ ਨਹੀਂ ਜੁੜੇ, ਉਹਨਾਂ ਨੂੰ ਤਾਂ ਇਹ ਗੱਲ ਬੁਰੀ ਲੱਗਦੀ ਹੈ। ਸਾਰੇ ਸੰਸਾਰ ਨੂੰ ਇਸ ਤਰ੍ਹਾਂ ਲੱਗਦੀ ਹੈ। ਪਰ ਜਿਹੜਾ ਬੰਦਾ ਅੰਦਰ ਤੋਂ ਜੁੜ ਗਿਆ ਉਹਦੇ ਵਾਸਤੇ ਨਾਮ ਹੀ ਤੀਰਥ ਇਸ਼ਨਾਨ ਹੈ। ਮਾਘ ਪੁਨੀਤ ਭਈ ਤੀਰਥ ਅੰਤਰ ਜਾਣਿਆ। ਮਾਘ ਦੇ ਮਹੀਨੇ 'ਚ ਤੀਰਥ ਇਸ਼ਨਾਨ ਕਰਦੇ ਲੋਕ। ਗੁਰੂ ਸਾਹਿਬ ਫਰਮਾਉਂਦੇ ਕਿ ਅਸੀਂ ਪਵਿੱਤਰ ਹੋਏ, ਅੰਦਰ ਸਮਝ ਲਿਆ ਤੀਰਥ ਨੂੰ, ਅੰਦਰੇ ਇਸ਼ਨਾਨ ਕਰ ਰਹੇ ਨਾਮ ਦੇ ਨਾਲ। ਕੋਈ ਮੰਨੇ ਜਾਂ ਨਾ ਮੰਨੇ ਜੁਦੀ ਗੱਲ ਹੈ, ਪਰ ਗੁਰਬਾਣੀ ਤਾਂ ਇਸ ਤਰ੍ਹਾਂ ਹੀ ਕਹਿ ਰਹੀ ਹੈ। ਪ੍ਰਭ ਕੈ ਸਿਮਰਨ ਦਰਗਾਹ ਮਾਨੀ। ਦਰਗਾਹ ਦੇ ਵਿੱਚ ਮੰਨਿਆ ਜਾਂਦਾ ਹੈ ਉਹ ਪੁਰਖ, ਉਹਦੀ ਬਾਤ ਮੰਨੀ ਜਾਂਦੀ ਹੈ ਜਿਹੜਾ ਸਿਮਰਨ ਦੇ ਨਾਲ ਜੁੜ ਗਿਆ। ਪ੍ਰਭ ਕੈ ਸਿਮਰਨ ਹੋਏ ਸੋ ਭਲਾ।
ਫਿਰ ਸਿਮਰਨ ਦੇ ਵਿੱਚੋਂ ਜੋ ਵੀ ਕੁਝ ਹੋਊਗਾ ਨਿਕਲੂਗਾ ਉਹ ਸਭ ਭਲਾ ਹੋਊਗਾ ਭਾਈ। ਪ੍ਰਭ ਕੈ ਸਿਮਰਨ ਸੁਫਲ ਫਲਾ, ਉਹ ਫਲੀਭੂਤ ਹੋਊਗਾ ਜੋ ਸਿਮਰਨ ਦੇ ਵਿੱਚੋਂ ਬਾਤ ਨਿਕਲੂਗੀ। ਸੇ ਸਿਮਰੈ ਜਿਨ ਆਪ ਸਿਮਰਾਏ, ਸਿਮਰਦਾ ਕੌਣ ਹੈ? ਜਿਹਦੇ ਉੱਤੇ ਉਹਦੀ ਅਪਾਰ ਕਿਰਪਾ ਹੁੰਦੀ ਹੈ। ਜਿਹਨੂੰ ਉਹ ਸਿਮਰਾਉਂਦਾ ਹੈ ਉਹ ਸਿਮਰ ਸਕਦੇ ਹੈ। ਦੂਜੇ ਦੁਨੀਆਦਾਰ ਦੂਜੇ ਜਿਹੜੇ ਡੁਐਲਿਟੀ 'ਚ ਜੁੜੇ ਹੋਏ ਆ ਉਹ ਨਹੀਂ ਸਿਮਰ ਸਕਦੇ। ਸਿਮਰਨਾ ਬਹੁਤ ਉੱਚੀ ਅਵਸਥਾ ਹੈ। ਔਰ ਸਿਮਰਨੇ 'ਚ ਕੋਈ ਜ਼ਰੂਰੀ ਨਹੀਂ ਵੀ ਸ਼ਬਦ ਹੀ ਬੋਲੇ ਜਾਵੇਂ, ਹੋ ਵੀ ਸਕਦੇ ਹੈ, ਨਹੀਂ ਵੀ ਹੋ ਸਕਦੇ। ਹਰ ਵਕਤ ਸੁਤਾ ਰਹਿਣੀ ਉੱਧਰ, ਉਹਨੂੰ ਸਿਮਰਨ ਕਹਿੰਦੇ ਆ। ਉਹਦੇ ਚਾਹੇ ਸ਼ਬਦ ਵੀ ਆ ਜਾਂਦੇ ਆ, ਕਈ ਦਫਾ ਬੋਲ ਕੇ ਕਰਦਾ ਬੰਦਾ, ਗੁਰਬਾਣੀ ਗਾਉਂਦਾ, ਸ਼ਬਦ ਕੋਈ ਹੋਰ ਨਾਮ ਬੋਲਦਾ ਉੱਚੀ ਉੱਚੀ, ਕਈ ਵਾਰ ਨਹੀਂ ਵੀ ਬੋਲਦਾ। ਇਹ ਦੋਵੇਂ ਤਰ੍ਹਾਂ ਹੋ ਸਕਦਾ। ਔਰ ਸਾਧ ਸੰਗਤ ਜੀਓ, ਸਭ ਤੋਂ ਉੱਚੀ ਸਟੇਜ ਹੁੰਦੀ ਹੈ ਸਿਮਰਨ ਦੀ ਜਦੋਂ ਸਰੀਰ ਸਿਮਰਦਾ ਸਾਰਾ ਹੀ। ਪਹਿਲਾਂ ਵੀ ਵਿਚਾਰ ਆਈ ਹੈ, ਸਰੀਰ ਅਰਾਧ ਹੈ ਮੋਕੋ ਵਿਚਾਰ ਦੇਹੂ। ਮੇਰਾ ਸਰੀਰ ਤੈਨੂੰ ਅਰਾਧ ਹੈ, ਸਿਮਰਨ ਕਰੇ ਤੇਰਾ, ਰੋਮ ਰੋਮ ਕਰੇ। ਜਿਹਨੂੰ ਭਾਈ ਨੰਦ ਲਾਲ ਜੀ ਕਹਿੰਦੇ ਆ ਵੀ ਮੈਨੂੰ ਇੰਨੀਆਂ ਜੀਭਾਂ ਲਾ ਦੇ ਜਿੰਨੇ ਮੇਰੇ ਰੋਮ ਹੈ, ਤਾਂ ਕਿ ਮੈਂ ਹਰ ਪਲ ਤੈਨੂੰ ਸਿਮਰਾਂ। ਲੇਕਿਨ ਇਸ ਤੋਂ ਵੀ ਅਗਲੀ ਸਟੇਜ ਵੀ ਹੈ, ਜਦੋਂ ਬੰਦਾ ਬੋਲਦਾ ਵੀ ਨਹੀਂ ਹੈ ਤਾਂ ਵੀ ਸਿਮਰਨ ਹੁੰਦਾ। ਅੰਦਰ ਤੋਂ ਹਮੇਸ਼ਾ ਉਹਦਾ ਧਿਆਨ ਹੁੰਦਾ। ਜਿਵੇਂ ਇੱਕ ਮਾਂ ਨੂੰ ਆਪਣਾ USA 'ਚ ਗਿਆ ਹੋਇਆ ਪੁੱਤਰ ਹਰ ਵਕਤ ਯਾਦ ਰਹਿੰਦਾ, ਉਹ ਕਿਹੜੇ ਨਾਂ ਲੈ ਕੇ ਕਰਦੀ ਹੈ ਉਹਦਾ। ਮਾਇਆ ਦਾ ਆਪਾਂ ਸਾਰੇ ਹੀ ਸਿਮਰਨ ਕਰਦੇ ਹਾਂ, ਕਦੇ ਐਂ ਤਾਂ ਨਹੀਂ ਕਹਿੰਦੇ ਮਾਇਆ ਮਾਇਆ ਮਾਇਆ, ਰੁਪਈਆ ਰੁਪਈਆ ਰੁਪਈਆ, ਇੱਕਣ ਤਾਂ ਨਹੀਂ ਕਰਦੇ। ਤੋ ਇਹ ਮਨ ਵਿੱਚ ਹੈ ਸਿਮਰਨ ਹੈ ਜਿਹੜਾ। ਨਾਨਕ ਤਾਂ ਕਹਿ ਲਾਗੋਂ ਪਾਏ, ਜਿਹੜਾ ਇਸ ਅਵਸਥਾ ਨੂੰ ਪਹੁੰਚ ਗਿਆ, ਜਿਹਨੂੰ ਉਹਨੇ ਸਿਮਰਨ ਦੇ ਤਾ, ਗੁਰੂ ਨਾਨਕ ਪਾਤਸ਼ਾਹ ਉਹਦੇ ਚਰਨਾਂ ਨੂੰ ਪੈਣ ਦੀ ਗੱਲ ਕਰ ਰਹੇ। ਦੇਖੋ ਤਾਂ ਸਹੀ ਕਿੰਨੀ ਵਡਿਆਈ ਹੈ ਨਾਮ ਦੇ ਸਿਮਰਨ ਦੀ। ਪਹਿਲਾਂ ਨਾਮ ਪ੍ਰਗਟ ਹੋਵੇ, ਫਿਰ ਸਿਮਰਨ ਬਣੇ, ਫਿਰ ਗੁਰੂ ਨਾਨਕ ਪਾਤਸ਼ਾਹ ਤੋਂ ਉੱਪਰ ਤਾਂ ਕੋਈ ਦੁਨੀਆ 'ਚ ਹੈ ਨਹੀਂ। ਸਭ ਤੋਂ ਵੱਡਾ ਸਤਿਗੁਰ ਨਾਮ ਜਿਨ ਕਲ ਰਾਖੀ ਮੇਰੀ, ਉਹ ਖੁਦ ਕਹਿ ਰਹੇ ਵੀ ਅਸੀਂ ਉਹਦੇ ਪੈਰਾਂ ਨੂੰ ਪੈ ਜਾਈਏ। ਨਾਨਕ ਤਾਂ ਕਹਿ ਲਾਗੋਂ ਪਾਏ, ਮੈਂ ਉਹਦੇ ਪੈਰਾਂ ਨੂੰ ਪੈ ਜਾਵਾਂ, ਲੱਗ ਜਾਵਾਂ। ਤਾਂ ਚਲੋ ਸਾਧ ਸੰਗਤ ਜੀ, ਉਹ ਵਿਚਾਰ ਕਰਦੇ ਹਾਂ, ਬਹੁਤ ਕੁਛ ਉਕਾਈਆਂ ਰਹਿ ਜਾਂਦੀਆਂ। ਕੋਈ ਐਸਾ ਅਪ ਸ਼ਬਦ ਵੀ ਆ ਜਾਂਦਾ, ਨਹੀਂ ਵਿਆਖਿਆ ਕਰੀ ਜਾਂਦੀ, ਦੂਜੇ ਨੂੰ ਸੁਣਨ ਵਿੱਚ ਕੁਝ ਹੋਰ ਤਰ੍ਹਾਂ ਲੱਗਦਾ। ਉਹਨਾਂ ਸਭ ਦੀ ਦਾਸਰਾ ਮਾਫੀ ਮੰਗਦਾ ਹੋਇਆ, ਅਸੀਸ ਦੀ ਵੀ ਮੰਗ ਕਰਦਾ। ਸੰਗਤ ਦੀ ਅਸੀਸ ਤੋਂ ਬਿਨਾਂ ਇਹ ਚੀਜ਼ ਪੋਸੀਬਲ ਨਹੀਂ ਹੈ। ਆਪ ਸਭ ਜੀ ਦੇ ਨਾਲ ਜੁੜ ਕੇ ਹੀ ਇਹ ਹੋ ਸਕਦਾ, ਇਕੱਲਾ ਬੰਦਾ ਨਹੀਂ ਕੁਛ ਵੀ ਕਰ ਸਕਦਾ। ਦਿਓ ਆਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।